ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਮਾਝ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਗੁਰਬਾਣੀ ਵਿਚਾਰ ਕੇ ਅਸੀਂ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 16 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 17ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਇਹ ਪਾਵਨ ਸ਼ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 145 ਤੇ ਅੰਕਿਤ ਹੈ। ਸਬਾਹੀ ਸਾਲਾ ਜਿਨਨੀ ਧਿਆਇਆ ਇੱਕ ਮਨ। ਇਸ ਦਾ ਉਚਾਰਨ ਭੈਣ ਨੇ ਬਿਲਕੁਲ ਠੀਕ ਕੀਤਾ ਸੀ। ਸਬਾਹੀ ਸਾਲਾ, ਇਹਨੂੰ ਸਲਾਹ ਨਹੀਂ ਪੜਨਾ, ਸੱਸੇ ਦੇ ਨਾਲ ਕੰਨਾ ਲਾ ਕੇ ਸਾਲਾ। ਸਬਾਹੀ ਸਾਲਾ ਜਿਨਨੀ ਧਿਆਇਆ ਇੱਕ ਮਨ। ਸਬਾਹੀ ਦਾ ਮਤਲਬ ਹੈਗਾ ਸੁਬਹ, ਸਵੇਰੇ, ਜਿਸ ਨੂੰ ਪੰਜਾਬੀ ਲੋਕ ਅੰਮ੍ਰਿਤ ਵੇਲਾ ਵੀ ਕਹਿੰਦੇ ਨੇ। ਸਵੇਰੇ ਸਾਲਾਹ ਦਾ ਮਤਲਬ ਸਿਫਤ ਸਲਾਹ। ਇੱਕ ਮਨ ਦਾ ਮਤਲਬ ਇੱਕ ਮਨ ਹੋ ਕੇ। ਹੁਣ ਇੱਥੇ ਸਾਰੇ ਜਦੋਂ ਅਸੀਂ ਸਾਰਾ ਸ਼ਲੋਕ ਪੜਾਂਗੇ ਨਾ, ਫਿਰ ਸਾਨੂੰ ਸਮਝ ਆ ਜਾਏਗੀ ਕਿ ਇੱਥੇ ਚੱਲਦੀ ਹੋਈ ਇੱਕ ਪ੍ਰਚਲਿਤ ਜਿਹੜੀ ਵਿਚਾਰਧਾਰਾ ਹੈ ਉਹਦਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਜਿਵੇਂ ਆਮ ਜਨਤਾ ਵਿੱਚ ਪ੍ਰਚਲਿਤ ਹੈ। ਤੇ ਉਸ ਤੋਂ ਬਾਅਦ ਲਾਸਟ ਵਾਲੀਆਂ ਪੰਕਤੀਆਂ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣੀ ਜੋ ਵਿਚਾਰ ਹੈ, ਯੂਨੀਵਰਸਲ ਜੋ ਟਰੁੱਥ ਹੈ, ਉਹ ਪੇਸ਼ ਕਰ ਦਿੰਦਾ। ਵੈਸੇ ਬਹੁਤ ਵਾਰੀ ਕਈ ਟੀਕਾਕਾਰ ਵੀਰਾਂ ਨੇ ਵੀ ਇੱਥੇ ਥੋੜਾ ਜਿਹਾ ਭੁਲੇਖਾ ਖਾਦਾ ਹੈ ਅਰਥ ਕਰਨ ਲੱਗਿਆ, ਤੇ ਉਹ ਪ੍ਰਚਲਿਤ ਵਿਚਾਰਧਾਰਾ ਨੂੰ ਹੀ ਜਿਹੜਾ ਹੈ ਉਹ ਬੇਸ ਬਣਾ ਲਿਆ ਗਿਆ। ਲੇਕਿਨ ਜਦੋਂ ਅਸੀਂ ਗਹੁ ਦੇ ਨਾਲ ਵਿਚਾਰਾਂਗੇ ਤਾਂ ਇਹ ਗੱਲ ਲਾਸਟ ਵਾਲੀ ਪੰਕਤੀ ਵਿੱਚ ਜਾ ਕੇ ਸਪਸ਼ਟ ਹੋ ਜਾਏਗੀ। ਤਾਂ ਚੱਲ ਰਹੀ ਜੋ ਪ੍ਰਚਲਿਤ ਵਿਚਾਰਧਾਰਾ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਸਵੇਰੇ ਉੱਠ ਕੇ ਪ੍ਰਭੂ ਨੂੰ ਇੱਕ ਮਨ ਹੋ ਕੇ ਸਿਮਰਦੇ ਨੇ, ਯਾਦ ਕਰਦੇ ਨੇ। ਸਬਾਹੀ ਦਾ ਮਤਲਬ ਸੁਬਹ, ਅੰਮ੍ਰਿਤ ਵੇਲੇ। ਕੋਈ ਅੰਮ੍ਰਿਤ ਵੇਲਾ ਕਹਿ ਦਿੰਦਾ ਹੈ, ਕੋਈ ਸੁਬਹ ਕਹਿ ਰਿਹਾ ਹੈ, ਯਾਨੀ ਸਵੇਰ ਦੇ ਟਾਈਮ ਦੀ ਗੱਲ ਹੈ, ਚੌਥਾ ਪਹਿਰ ਜਿਹੜਾ ਹੈ। ਇੱਕ ਮਨ ਹੋ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਸਹੀ ਪੂਰੇ ਸ਼ਾਹ ਵਕਤ ਹੈ ਉੱਪਰ ਲੜ ਮੂਏ। ਪੂਰੇ ਸ਼ਾਹ ਦਾ ਮਤਲਬ ਕਿ ਉਹ ਪੂਰੇ ਨੇ, ਉਹ ਵਕਤ ਹੈ ਉੱਪਰ ਦਾ ਮਤਲਬ ਵੇਲੇ ਸਿਰ, ਲੜ ਮੂਏ ਦਾ ਮਤਲਬ ਜੋ ਘਾਲਣਾ ਘਾਲਦੇ ਨੇ। ਵੇਲੇ ਸਿਰ ਭਾਵ ਅੰਮ੍ਰਿਤ ਵੇਲੇ ਮਨ ਨਾਲ ਜੰਗ ਕਰਦੇ ਨੇ, ਆਲਸ ਵਿੱਚੋਂ ਨਿਕਲ ਕੇ ਬੰਦਗੀ ਦਾ ਆਹਾਰ ਕਰਦੇ ਨੇ, ਰੱਬ ਦੀ ਯਾਦ ਵਿੱਚ ਜੁੜਦੇ ਨੇ। ਇੱਕ ਪ੍ਰਚਲਿਤ ਵਿਚਾਰਧਾਰਾ ਸੀ ਕਿ ਸਵੇਰੇ ਹੀ ਪ੍ਰਭੂ ਦਾ ਜਿਹੜਾ ਹੈ ਸਿਮਰਨ ਹੋ ਸਕਦਾ ਹੈ, ਤੇ ਸਵੇਰੇ ਲੋਕ ਉੱਠ ਕੇ ਉਹਦੇ ਨਾਲ ਜੁੜਦੇ ਨੇ ਔਰ ਆਪਣਾ ਜੋ ਵੀ ਭਗਤੀ ਬੰਦਗੀ ਹੈ, ਜਿਵੇਂ ਵੀ ਕਿਸੇ ਨੂੰ ਦੱਸਿਆ ਗਿਆ ਹੈ, ਸਮਝਿਆ ਹੈ, ਉਵੇਂ ਉਹ ਕਰਨ ਦਾ ਯਤਨ ਕਰਦੇ ਨੇ ਔਰ ਮਨ ਦੇ ਨਾਲ ਲੜਦੇ ਨੇ ਵੇਲੇ ਸਿਰ। ਹੁਣ ਵਿਚਾਰ ਦਿੱਤੀ ਜਾ ਰਹੀ ਹੈ ਕਿ ਜੇ ਅੰਮ੍ਰਿਤ ਵੇਲੇ ਨਹੀਂ ਜੁੜੇ ਤਾਂ ਫਿਰ ਦੂਜੇ ਪੈਰ ਵਿੱਚ ਕੀ ਹੋਏਗਾ, ਕਿ ਦੂਜੇ ਪੈਰ ਵਿੱਚ ਅਸੀਂ ਸੱਚ ਨਾਲ ਨਹੀਂ ਜੁੜ ਸਕਦੇ। ਤਾਂ ਵਿਚਾਰ ਅਗਲੀ ਇਹ ਸੀ ਕਿ ਦੂਜੇ ਬਹੁਤੇਰਾ ਮਨ ਕੀਆਂ ਮੱਤੀ ਖਿੰਡੀਆਂ। ਜੋ ਦੂਜਾ ਪੈਰ ਹੈ ਨਾ, ਜਦੋਂ ਦਿਨ ਚੜ ਜਾਂਦਾ ਹੈ ਤਾਂ ਦਿਨ ਚੜੇ ਮਨ ਦੀਆਂ ਵਾਸ਼ਨਾਵਾਂ ਖਿਲਰ ਜਾਂਦੀਆਂ ਨੇ, ਔਰ ਬਹੁਤੇ ਰਾਹ ਦਾ ਮਤਲਬ ਮਨ ਕਈ ਪਾਸੇ ਦੌੜਦਾ ਹੈ। ਮਨ ਦੀ ਜਿਹੜੀ ਮੱਤ ਹੈ, ਵਾਸ਼ਨਾਵਾਂ ਨੇ, ਮਨ ਦੇ ਜਿਹੜੇ ਵਿਚਾਰ ਨੇ, ਵਿਚਾਰ ਚੱਲ ਰਹੀ ਸੀ ਕਿ ਦੂਜੇ ਪੈਰ ਦੇ ਅੰਦਰ ਖਿੰਡ ਜਾਂਦੇ ਨੇ ਔਰ ਮਨ ਕਈ ਰਾਹਾਂ ਵਾਲੇ ਪਾਸੇ ਦੌੜਦਾ ਹੈ। ਹੁਣ ਇਹ ਗੱਲ ਨਾ ਗਹੁ ਦੇ ਨਾਲ ਸੋਚਣ ਵਾਲੀ ਹੈ। ਜਦੋਂ ਅਸੀਂ ਬਿਲਕੁਲ ਜਾਗਦੇ ਹਾਂ ਕਿ ਉਦੋਂ ਮਨ ਨਹੀਂ ਦੌੜਦਾ ਹੁੰਦਾ, ਮਨ ਤਾਂ ਉਦੋਂ ਵੀ ਕਈ ਵਾਰ ਦੌੜਨ ਲੱਗ ਜਾਂਦਾ, ਸੁਪਨਿਆਂ ਵਿੱਚ ਵੀ ਦੌੜਦਾ ਹੈ। ਪਰ ਇਹ ਵਿਚਾਰ ਜਿਹੜੀ ਚੱਲ ਰਹੀ ਸੀ ਕਿ ਦੂਜੇ ਪਹਿਰ ਦੇ ਅੰਦਰ, ਕਿਉਂਕਿ ਬੰਦਾ ਕੰਮਾਂ ਕਾਰਾਂ ਦੇ ਵਿੱਚ ਰੁੱਝਦਾ ਹੈ, ਮਨ ਦੀਆਂ ਮੱਤ ਜਿਹੜੀ ਉਹ ਖਿੰਡ ਜਾਂਦੀ ਹੈ। ਇਸ ਲਈ ਵਿਚਾਰ ਇਹ ਸੀ ਕਿ ਸਵੇਰੇ ਹੀ ਤੁਸੀਂ ਇਕਾਗਰ ਹੋ ਸਕਦੇ ਹੋ। ਬਹੁਤ ਪੈ ਅਸਗਾ ਗੋਤੇ ਖਾਹੇ ਨਾ ਨਿਕਲੇ। ਅਸਗਾ ਦਾ ਮਤਲਬ ਡੂੰਘਾ ਸਮੁੰਦਰ। ਮਨੁੱਖ ਦੁਨੀਆ ਦੇ ਧੰਦਿਆਂ ਦੇ ਡੂੰਘੇ ਸਮੁੰਦਰ ਵਿੱਚ ਜਾ ਪੈਂਦੇ ਨੇ, ਗੋਤੇ ਖਾਂਦੇ ਨੇ ਔਰ ਉਹਨਾਂ ਵਿਕਾਰਾਂ ਚੋਂ ਨਿਕਲਦੇ ਨਹੀਂ ਦੂਜੇ ਪੈਰ ਵਿੱਚ।
ਇਹ ਵਿਚਾਰ ਚੱਲ ਰਹੀ ਸੀ। ਹੁਣ ਜੇ ਇੱਥੇ ਥੋੜਾ ਜਿਹਾ ਗਹੁ ਕੀਤਾ ਜਾਏ ਤਾਂ ਦੇਖੋ, ਸਾਰੇ ਲੋਕ ਤਾਂ ਐਸੇ ਨਹੀਂ ਨਾ ਕਿ ਜੋ ਦੂਜੇ ਪਹਿਰ ਦੇ ਵਿੱਚ ਸਾਰੇ ਹੀ ਵਿਕਾਰਾਂ ਵਿੱਚ ਗੋਤੇ ਖਾ ਰਹੇ ਹੋਣ। ਕੁਝ ਐਸੇ ਲੋਕ ਵੀ ਹੋਣਗੇ ਜੋ ਸਾਥ-ਸਾਥ ਸਿਮਰੋ ਗੋਬਿੰਦ ਦੀ ਪਾਲਣਾ ਕਰਦੇ ਹੋਣਗੇ। ਕੁਝ ਐਸੇ ਲੋਕ ਹੋਣਗੇ ਜੋ ਦੂਜੇ ਪਹਿਰ ਦੇ ਅੰਦਰ ਵੀ ਸੱਚ ਦੇ ਨਾਲ ਜੁੜੇ ਹੋਏ ਹੋਣਗੇ। ਬੇਸ਼ੱਕ ਉਹ ਘੱਟ ਹੋਣ, ਹੈਨ ਵਿਰਲੇ ਨਾ ਹੀ ਕਣੇ ਫੈਲ ਫੱਕੜ। ਸੰਸਾਰ ਭਰੇ ਵਿਚਾਰਧਾਰਾ ਚੱਲੀ ਆ ਰਹੀ ਸੀ ਕਿ ਦੂਜੇ ਪਹਿਰ ਦੇ ਅੰਦਰ ਜੇ ਪਹਿਲੇ ਵਿੱਚ ਨਹੀਂ ਜੁੜੇ ਤੇ ਦੂਜੇ ਪਹਿਰ ਦੇ ਅੰਦਰ ਬੰਦਾ ਵਿਕਾਰਾਂ ਦੇ ਅੰਦਰ ਗੋਤੇ ਖਾਂਦਾ ਹੈ ਔਰ ਉਹਨਾਂ ਵਿਕਾਰਾਂ ਚੋਂ ਬਾਹਰ ਨਹੀਂ ਆ ਪਾਉਂਦਾ। ਤੀਜੇ ਮੂੰਹੀ ਗਿਰਾ ਭੁੱਖ ਤਿਖਾ ਦੋਏ ਭੌਂਕੀਆਂ। ਇਹਨੂੰ ਭੌਕੀਆ ਨਹੀਂ ਪੜਨਾ, ਭੌਂਕੀਆਂ। ਤੇ ਮੂੰਹੀ ਨੂੰ ਪੜਨਾ ਹੈ ਮੂੰਹੀ, ਬਿੰਦੀ ਲਗਾ ਕੇ ਮੂੰਹ ਵਿੱਚ। ਤੀਜੇ ਇੱਥੇ ਵਿਸ਼ਰਾਮ ਲਾਣਾ ਹੈ। ਮੂੰਹੀ ਗਿਰਾ ਭੁੱਖ ਤਿਖਾ ਦੋਏ ਭੌਂਕੀਆਂ। ਤੀਜੇ ਦਾ ਮਤਲਬ ਤੀਜੇ ਪਹਿਰ ਵਿੱਚ, ਮੂੰਹੀ ਦਾ ਮਤਲਬ ਮੂੰਹ ਵਿੱਚ, ਗਿਰਾਹ ਦਾ ਮਤਲਬ ਗਰਾਹੀਆਂ, ਰੋਟੀ ਦੀ ਬੁਰਕੀ, ਭੌਂਕੀਆਂ ਦਾ ਮਤਲਬ ਭੌਂਕਦੀਆਂ ਨੇ, ਚਮਕ ਪੈਂਦੀਆਂ ਨੇ। ਤੀਜੇ ਪਹਿਰ ਭੁੱਖ ਤੇ ਤ੍ਰੇ ਦੋਵੇਂ ਚਮਕ ਪੈਂਦੀਆਂ ਨੇ ਤੇ ਰੋਟੀ ਖਾਣ ਦੇ ਆਹਰ ਦੇ ਵਿੱਚ ਜੀਵ ਲੱਗ ਜਾਂਦਾ ਹੈ, ਖਾਣ ਪੀਣ ਦੇ ਆਹਰ ਵਿੱਚ ਲੱਗ ਜਾਂਦਾ ਤੀਜੇ ਪਹਿਰ ਵਿੱਚ। ਇਹ ਵਿਚਾਰ ਸੀ, ਚੱਲ ਰਹੀ ਸੀ। ਹੁਣ ਕਈ ਵਾਰ ਐਸਾ ਹੁੰਦਾ ਹੈ ਕਿ ਸਵੇਰੇ ਵੀ ਅਸੀਂ ਨਾਸ਼ਤਾ ਤੇ ਕਰਦੇ ਹਾਂ, ਭੁੱਖ ਸਵੇਰੇ ਵੀ ਲੱਗ ਜਾਂਦੀ ਹੈ ਨਾ। ਜ਼ਰੂਰੀ ਨਹੀਂ ਕਿ ਤੀਜੇ ਪਹਿਰ ਵਿੱਚ ਜਾ ਕੇ ਭੁੱਖ ਲੱਗੇਗੀ, ਦੂਜੇ ਵਿੱਚ ਵੀ ਲੱਗ ਸਕਦੀ ਹੈ। ਟਾਈਮ ਟੇਬਲ ਹੈ ਨਾ ਬਣਾਇਆ ਹੋਇਆ। ਲੇਕਿਨ ਇਹ ਵਿਚਾਰ ਚੱਲ ਰਹੀ ਸੀ ਕਿ ਤੀਜੇ ਪਹਿਰ ਦੇ ਅੰਦਰ ਭੁੱਖ ਤਿਖਾ ਚਮਕ ਪੈਂਦੀਆਂ ਨੇ, ਬੰਦਾ ਖਾਣ ਪੀਣ ਦੇ ਆਹਰ ਦੇ ਵਿੱਚ ਜੁੜ ਜਾਂਦਾ ਹੈ। ਇੱਥੇ ਫਿਰ ਜੋ ਸਿਮਰਨ ਹੈ, ਭਗਤੀ ਬੰਦਗੀ ਹੈ, ਉਹਦੇ ਨਾਲ ਬੰਦਾ ਨਹੀਂ ਜੁੜ ਪਾਉਂਦਾ। ਖਾਦਾ ਹੋਏ ਸਵਾਹ ਪੀ ਖਾਣੇ ਸੰਦੋਸਤੀ। ਜੋ ਕੁਛ ਖਾਦਾ ਪੀਤਾ ਹੁੰਦਾ ਹੈ ਉਹ ਸਵਾਹ ਹੋ ਜਾਂਦਾ ਹੈ, ਭਸਮ ਹੋ ਜਾਂਦਾ ਹੈ, ਪਚ ਜਾਂਦਾ ਹੈ। ਪੀ ਖਾਣੇ ਸੰਦੋਸਤੀ, ਤੇ ਫਿਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ ਕਿ ਹੋਰ ਖਾਵਾਂ। ਫਿਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ। ਜੋ ਖਾਦਾ ਉਹ ਸਵਾਹ ਹੋ ਗਿਆ, ਪਚ ਗਿਆ, ਜਾਂ ਭੁੱਲ ਗਿਆ, ਜਾਂ ਉਹਨੂੰ ਮਾਣ ਲਿਆ, ਤੇ ਅੱਗੋਂ ਹੋਰ ਖਾਣ ਦੀ ਜਿਹੜੀ ਹੈ ਚਾਹਤ ਪੈਦਾ ਹੋ ਗਈ। ਬੰਦਾ ਖਾਣ ਪੀਣ ਦੇ ਵਿੱਚ ਰੁੱਝ ਗਿਆ। ਚੌਥੇ ਆਈ ਊਂਘ। ਊਂਘ ਦਾ ਮਤਲਬ ਹੈ ਨੀਂਦ ਆਉਣਾ। ਅੱਖੀ ਮੀਟ ਪਵਾਰ ਗਿਆ। ਇਹਨੂੰ ਅੱਖੀ ਨਹੀਂ ਪੜਨਾ, ਅੱਖੀ ਬਿੰਦੀ ਲਗਾ ਕੇ ਅੱਖੀ। ਪਵਾਰ ਗਿਆ ਦਾ ਮਤਲਬ ਪਰਲੋਕ ਦੇ ਅੰਦਰ ਚਲਾ ਗਿਆ। ਹੁਣ ਇਹ ਪਵਾਰ ਜਿਹੜਾ ਨਾ, ਇਹ ਸ਼ਬਦ ਸਮਝਣ ਗੋਚਰਾ ਹੈ। ਇੱਕ ਭੁਲੇਖਾ ਦੁਨੀਆ ਦੇ ਅੰਦਰ ਚੱਲਿਆ ਹੁੰਦਾ। ਇੱਕ ਨਾ ਗੱਲ ਮਸ਼ਹੂਰ ਹੈ, ਆਮ ਮਸ਼ਹੂਰ ਗੱਲ ਇਹ ਹੈ ਕਿ ਕਈ ਵਾਰੀ ਬੰਦੇ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਹ ਬੰਦਾ ਜਾਂਦਾ ਹੈ ਤੇ ਫਿਰ ਧਰਮਰਾਜ ਕਹਿੰਦਾ ਵੀ ਤੁਸੀਂ ਤੇ ਗਲਤ ਆਦਮੀ ਨੂੰ ਲੈ ਆਏ ਹੋ। ਭੁਲੇਖੇ ਨਾਲ ਜਮਦੂਤ ਜਿਹੜੇ ਕਿਸੇ ਹੋਰ ਨੂੰ ਲੈ ਜਾਂਦੇ ਨੇ, ਤੇ ਧਰਮਰਾਜ ਜਦੋਂ ਉਹਦੀ ਸ਼ਕਲ ਸੂਰਤ ਲੇਖਾ ਜੋਖਾ ਕਰਦਾ, ਉਹ ਕਹਿੰਦਾ ਗਲਤ ਲੈ, ਉਹਨੂੰ ਫਿਰ ਵਾਪਸ ਭੇਜ ਦਿੰਦਾ। ਧਰਮਰਾਜ ਉਹਨੂੰ ਵੇਖ ਕੇ ਮੋੜ ਦਿੰਦਾ। ਇਹ ਜਿਹੜੀ ਘਟਨਾ ਹੈ ਇਹਨੂੰ ਕਹਿੰਦੇ ਨੇ ਪਵਾਰ ਜਾਣਾ। ਪਵਾਰ, ਇਹ ਫਿਰ ਸੁਣ ਲਓ, ਕਿਉਂਕਿ ਇਹ ਆਮ ਗੱਲਾਂ ਪ੍ਰਚਲਿਤ ਨੇ ਕਿ ਜਿਹੜੇ ਜਮਦੂਤ ਨੇ ਉਹ ਭੁਲੇਖੇ ਦੇ ਨਾਲ ਕਿਸੇ ਹੋਰ ਬੰਦੇ ਨੂੰ ਲੈ ਗਏ। ਬੰਦਾ ਮਰ ਗਿਆ, ਕੁਝ ਸਮੇਂ ਵਾਸਤੇ ਉਹ ਮਰਿਆ ਰਿਹਾ। ਧਰਮਰਾਜ ਨੇ ਉੱਤੇ ਲੇਖਾ ਜੋਖਾ ਕੀਤਾ, ਸ਼ਕਲ ਸੂਰਤ ਵੇਖੀ ਤੇ ਜਮਦੂਤਾਂ ਨੂੰ ਤਾੜਿਆ ਵੀ ਤੁਸੀਂ ਗਲਤ। ਚਿਰ ਧਰਮਰਾਜ ਕੋਲ ਰਿਹਾ, ਉਹਨੇ ਚਿਰ ਉਹ ਮਰਿਆ ਰਿਹਾ ਨਾ। ਉਸ ਤੋਂ ਬਾਅਦ ਫਿਰ ਜਿੰਦਾ ਹੋ ਗਿਆ। ਜਿਹੜਾ ਮਰਨ ਤੋਂ ਲੈ ਕੇ ਜਿੰਦਾ ਹੋਣ ਤੱਕ ਜਿਹੜਾ ਟਾਈਮ ਸੀ, ਉਹਨੂੰ ਕਹਿੰਦੇ ਨੇ ਪਵਾਰ ਜਾਣਾ। ਦਾ ਮਤਲਬ ਗਲਤੀ ਦੇ ਨਾਲ ਪਰਲੋਕ ਅੰਦਰ ਚਲਾ ਗਿਆ। ਇਹ ਪ੍ਰਚਲਿਤ ਗੱਲ ਹੈ, ਇੱਕ ਵਹਿਮ ਹੈ। ਐਸਾ ਹੁੰਦਾ ਨਹੀਂ, ਉੱਤੇ ਕੋਈ ਧਰਮਰਾਜ ਨਹੀਂ। ਇਹ ਚੀਜ਼ਾਂ ਅਸੀਂ ਸਪਸ਼ਟ ਕਰ ਚੁੱਕੇ ਹਾਂ। ਉੱਤੇ ਕੋਈ ਨਰਕ ਸਵਰਗ ਨਹੀਂ ਹੈ, ਇਹ ਚੀਜ਼ਾਂ ਅਸੀਂ ਸਪਸ਼ਟ ਕਰ ਚੁੱਕੇ ਹਾਂ। ਪਰ ਇਹ ਜਿਹੜੀ ਚੱਲਦੀ ਹੋਈ ਗੱਲ ਹੈ ਨਾ ਪ੍ਰਚਲਿਤ ਦੁਨੀਆ ਵਿੱਚ, ਗੁਰੂ ਜੀ ਉਹਨੂੰ ਲੈ ਰਹੇ ਨੇ। ਚੌਥੇ ਆਈ ਊਂਘ, ਇਹ ਪ੍ਰਚਲਿਤ ਵਿਚਾਰਧਾਰਾ ਸੀ ਕਿ ਚੌਥੇ ਪਹਿਰ ਦੇ ਅੰਦਰ ਬੰਦੇ ਨੂੰ ਨੀਂਦ ਆ ਜਾਂਦੀ ਹੈ। ਗਫਲਤ ਦੀ ਨੀਂਦ ਦੇ ਅੰਦਰ ਸੌਂ ਜਾਂਦਾ ਹੈ। ਅੱਖਾਂ ਮੀਟ ਕੇ ਕੂਕ ਨੀਂਦਰ ਵਿੱਚ ਸੌਂ ਜਾਂਦਾ ਹੈ। ਇਹਨੂੰ ਕਹਿੰਦੇ ਨੇ ਪਵਾਰ ਜਾਣਾ, ਕਿ ਬੰਦਾ ਪਵਾਰ ਵਿੱਚ ਚਲਾ ਗਿਆ ਤੇ ਉਹ ਆਪਣੀਆਂ ਅੱਖਾਂ ਮੀਚ ਲੈਂਦਾ ਔਰ ਸੁਪਨਿਆਂ ਦੇ ਮੰਡਲ ਦੇ ਵਿੱਚ ਚਲਾ ਜਾਂਦਾ ਹੈ। ਸੌਂ ਗਿਆ, ਕੂਕ ਨੀਂਦੇ ਸੌਂ ਗਿਆ, ਅੱਖੀ ਮੀਟ ਪਵਾਰ ਗਿਆ, ਪਰਲੋਕ ਚਲਾ ਗਿਆ, ਮੀਨਸ ਸੌਂ ਗਿਆ। ਲੇਕਿਨ ਫਿਰ ਜਾਗ ਆਈ
ਭੀ ਉਠ ਰਚਿਉਨ ਵਾਦ, ਵਾਦ ਦਾ ਮਤਲਬ ਝਗੜਾ, ਭੀ ਦਾ ਮਤਲਬ ਮੁੜ ਕੇ, ਉਠ ਦਾ ਮਤਲਬ ਉੱਠ ਕੇ, ਰਚਿਉਨ ਦਾ ਮਤਲਬ ਰਚਾ ਲਿਆ, ਸਹਿ ਵਰਿਆਂ ਦਾ ਮਤਲਬ ਸੈਂਕੜੇ ਸਾਲ, ਪਿੜ ਬੱਧੀ ਅਖਾੜਾ, ਘੋਲ ਮਚਾਣਾ। ਤਾਂ ਨੀਂਦਰੋਂ ਉੱਠ ਕੇ ਮੁੜ ਜਗਤ ਦੇ ਧੰਦਿਆਂ ਦਾ ਝਮੇਲਾ ਇੰਜ ਜੁਟ ਜਾਂਦਾ ਧੰਦਿਆਂ ਦੇ ਵਿੱਚ, ਮਾਨੋ ਸੈਂਕੜੇ ਸਾਲ ਵਾਸਤੇ ਇਹਨੇ ਜੀਣਾ ਹੋਵੇ ਤੇ ਘੋਲ ਰਚਾਇਆ ਹੋਵੇ, ਜੰਗ ਲੜ ਰਿਹਾ ਹੋਵੇ ਸੈਂਕੜੇ ਸਾਲ ਲੜਨ ਵਾਸਤੇ। ਹੁਣ ਇਹ ਉਸ ਪ੍ਰਚਲਿਤ ਘਟਨਾ ਦੇ ਨਾਲ ਜੋੜ ਕੇ ਵੇਖੋ ਕਿ ਇੱਕ ਬੰਦਾ ਮਰ ਗਿਆ, ਗਲਤੀ ਨਾਲ ਚਲਾ ਗਿਆ, ਉਹਨੂੰ ਫਿਰ ਵਾਪਸ ਘੱਲਿਆ, ਤੇ ਜਦੋਂ ਉਹ ਜਿਉਂਦਾ ਹੈ ਤੇ ਉੱਠ ਕੇ ਫਿਰ ਉਹ ਆਪਣੇ ਧੰਦਿਆਂ ਦੇ ਵਿੱਚ ਰੁੱਝ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਨੀਂਦ ਦੇ ਵਿੱਚ ਸੌਂ ਗਿਆ, ਨੀਂਦ ਤੋਂ ਜਾਗਿਆ, ਜਾਗ ਕੇ ਫਿਰ ਆਪਣੇ ਕੰਮ ਧੰਦਿਆਂ ਵਿੱਚ ਲੱਗ ਗਿਆ, ਸੱਚ ਨੂੰ ਭੁੱਲ ਗਿਆ, ਤੇ ਇੰਜ ਲੱਗਦਾ ਜਿਵੇਂ ਸੈਂਕੜੇ ਸਾਲਾਂ ਦਾ ਇਹਨੇ ਘੋਲ ਮਚਾਇਆ ਹੋਵੇ। ਹੁਣ ਇਹ ਸਾਰਾ ਕੁਝ ਕਹਿ ਕੇ ਨਾ, ਇਹ ਵਿਚਾਰਧਾਰਾ ਦੱਸ ਕੇ ਅੱਗੇ ਹੁਣ ਆਪਣੀ ਵਿਚਾਰਧਾਰਾ ਦੇ ਰਹੇ ਨੇ, ਸੱਚਾਈ ਦੱਸ ਰਹੇ ਨੇ ਕਿ ਸੱਚਾਈ ਕੀ ਹੈ। ਗੁਰੂ ਜੀ ਕਹਿੰਦੇ ਨੇ ਸਭੇ ਵੇਲਾ ਵਖਤ ਸਭ ਜੇ ਅੱਠੀ ਭਉ ਹੋਏ। ਅੱਠੀ ਦਾ ਮਤਲਬ ਅੱਠਾਂ ਪਹਿਰਾਂ ਵਿੱਚ, ਭਉ ਦਾ ਮਤਲਬ ਅਦਬ, ਪਿਆਰ। ਸਭੇ ਵੇਲਾ ਵਖਤ ਸਭ ਦਾ ਮਤਲਬ ਸਾਰੇ ਹੀ ਵਕਤ, ਸਾਰੇ ਹੀ ਟਾਈਮ। ਤਾਂ ਆਮ ਕਰਕੇ ਕਿਹਾ ਜਾਂਦਾ ਹੈ ਕਿ ਸਵੇਰ ਦਾ ਸਮਾਂ ਹੀ ਰੱਬ ਦੀ ਯਾਦ ਵਾਸਤੇ ਸਪੇਰ ਹੈ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੱਠੇ ਪਹਿਰ ਪ੍ਰਭੂ ਦਾ ਡਰ ਔਰ ਅਦਬ ਜੇ ਮਨ ਦੇ ਅੰਦਰ ਟਿਕਿਆ ਰਹੇ ਨਾ, ਤਾਂ ਸਭੇ ਵੇਲਾ ਵਕਤ ਸਭ ਦਾ ਮਤਲਬ ਹਰ ਵੇਲੇ ਹੀ ਬੰਦਾ ਰੱਬ ਦੇ ਨਾਲ ਜੁੜ ਸਕਦਾ ਹੈ। ਜ਼ਰੂਰੀ ਨਹੀਂ ਕਿ ਸਵੇਰੇ ਹੀ ਜੁੜ ਸਕਦਾ ਹੈ। ਅੱਠੇ ਪਹਿਰ ਦੇ ਰੱਬ ਦਾ ਡਰ ਅਦਬ ਮਨ ਦੇ ਅੰਦਰ ਟਿਕਿਆ ਰਹੇ ਤਾਂ ਸਭੇ ਵੇਲਾ ਵਕਤ ਸਭ, ਸਾਰੇ ਵੇਲੇ ਸਾਰੇ ਵਕਤ ਹੀ ਸਫਲੇ ਨੇ, ਚੰਗੇ ਨੇ। ਹਰ ਵਕਤ ਸੱਚ ਦੇ ਨਾਲ ਬੰਦਾ ਜੁੜ ਸਕਦਾ ਹੈ ਜੇ ਅੱਠੇ ਪਹਿਰ ਉਹਦਾ ਡਰ ਔਰ ਅਦਬ ਆਪਣੇ ਮਨ ਦੇ ਅੰਦਰ ਟਿਕਾਇਆ ਜਾਏ। ਇਸ ਲਈ ਜੋ ਸਮੇਂ ਦੀ ਵੰਡ ਹੈ ਨਾ, ਕਿ ਇਸ ਸਮੇਂ ਰੱਬ ਦੀ ਭਗਤੀ ਹੋ ਸਕਦੀ ਹੈ, ਇਸ ਸਮੇਂ ਨਹੀਂ ਹੋ ਸਕਦੀ, ਇਸ ਸਮੇਂ ਬੰਦਾ ਝਮੇਲਿਆਂ ਵਿੱਚ ਪੈ ਜਾਂਦਾ ਹੈ, ਇਸ ਸਮੇਂ ਬੰਦਾ ਝਮੇਲਿਆਂ ਵਿੱਚ ਨਹੀਂ ਪੈਂਦਾ, ਇਹ ਲੋਕਾਂ ਦੇ ਖਿਆਲਾਤ ਨੇ। ਗੁਰੂ ਜੀ ਦਾ ਖਿਆਲਾਤ ਇਹ ਨਹੀਂ ਹੈ। ਗੁਰੂ ਜੀ ਦਾ ਖਿਆਲ ਇਹ ਹੈ, ਵਿਚਾਰ, ਕਿ ਅੱਠੇ ਪਹਿਰ ਹਰ ਵਕਤ ਸੱਚ ਦੇ ਨਾਲ ਜੁੜਿਆ ਜਾ ਸਕਦਾ ਹੈ। ਅੰਮ੍ਰਿਤ ਵੇਲਾ ਸੱਚ ਨਾਮ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ ਕਿ ਜਦੋਂ ਸੱਚੇ ਨਾਮ ਨਾਲ, ਹੁਕਮ ਦੇ ਨਾਲ ਬੰਦਾ ਜੁੜਦਾ ਹੈ ਨਾ, ਸਿਫਤ ਸਲਾਹ ਕਰਦਾ ਹੈ, ਜਿਸ ਵੇਲੇ ਉਹ ਵੇਲਾ ਹੀ ਅੰਮ੍ਰਿਤ ਹੋ ਜਾਂਦਾ ਹੈ, ਆਤਮਿਕ ਜੀਵਨ ਦੇਣ ਵਾਲਾ ਹੋ ਜਾਂਦਾ ਹੈ। ਇਸ ਲਈ ਗੁਰੂ ਜੀ ਉਸ ਪ੍ਰਚਲਿਤ ਵਿਚਾਰਧਾਰਾ ਦਾ ਇੱਥੇ ਖੰਡਨ ਕਰ ਰਹੇ ਨੇ ਔਰ ਸਾਨੂੰ ਇਹ ਚੀਜ਼ ਸਮਝਾ ਰਹੇ ਨੇ ਕਿ ਜੇ ਅੱਠੇ ਪਹਿਰ ਰੱਬੀ ਡਰ, ਅਦਬ ਔਰ ਪ੍ਰੇਮ ਦੇ ਅੰਦਰ ਰਿਹਾ ਜਾਏ ਤਾਂ ਸਾਰੇ ਹੀ ਵੇਲੇ ਸੁਹਾਵਣੇ ਨੇ, ਸਾਰੇ ਹੀ ਦਿਨ ਸੁਹਾਵਣੇ ਨੇ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਰਹਿਮਤ ਹੋ ਜਾਏ, ਤਾਂ ਸਾਰਾ ਹੀ ਵਕਤ, ਸਾਰੇ ਹੀ ਵੇਲੇ ਸੁਹਾਵਣੇ ਨੇ। ਕੋਈ ਵੀ ਵੇਲਾ ਮਾੜਾ ਨਹੀਂ, ਕੋਈ ਵੀ ਵੇਲਾ ਚੰਗਾ ਨਹੀਂ। ਸਮਾਂ ਸਿਰਫ ਸਮਾਂ ਹੈ। ਉਸ ਸਮੇਂ ਨੂੰ ਅਸੀਂ ਪ੍ਰਯੋਗ ਕਿਵੇਂ ਕਰਾਂਗੇ, ਵਰਤੋਂ ਕਿਵੇਂ ਕਰਾਂਗੇ, ਯੂਜ਼ ਕਿਵੇਂ ਕਰਾਂਗੇ, ਉਹਦੇ ਤੇ ਡਿਪੈਂਡ ਕਰੇਗਾ। ਨਾਨਕ ਸਾਹਿਬ ਮਨ ਵਸੈ, ਸੱਚਾ ਨਾਵਣ ਹੋਏ। ਇੱਥੇ ਨੰਨੇ ਦੇ ਪੈਰ ਥੱਲੇ ਅੱਧਾ ਹਾਹਾ ਬੁਲਾਵਾਂਗੇ, ਨਾਵਣ, ਨਾਵਣ ਨਹੀਂ, ਨਾਵਣ। ਹੇ ਨਾਨਕ, ਜੇ ਅੱਠੇ ਪਹਿਰ ਮਾਲਕ ਮਨ ਵਿੱਚ ਵਸ ਜਾਏ, ਨਾਨਕ ਸਾਹਿਬ ਮਨ ਵਸੈ, ਨਾਨਕ ਤੇ ਰੁਕਣਾ ਹੈ ਅਸਾਂ। ਨਾਨਕ ਸਾਹਿਬ ਮਨ ਵਸੈ, ਕਿ ਹੇ ਨਾਨਕ, ਜੇ ਸਾਹਿਬ ਰੱਬ ਮਨ ਦੇ ਅੰਦਰ ਵਸ ਜਾਏ, ਸੱਚਾ ਨਾਵਣ ਹੋਏ, ਤਾਂ ਸੱਚਾ ਇਸ਼ਨਾਨ ਹੋ ਜਾਂਦਾ ਹੈ। ਫਿਰ ਉਹਨੂੰ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ। ਉਹਦੇ ਮਨ ਦੇ ਵਿੱਚੋਂ ਤੀਰਥਾਂ ਵਾਲੇ ਵਹਿਮ ਭਰਮ ਨਿਕਲ ਜਾਂਦੇ ਨੇ, ਕਿਉਂਕਿ ਉਹਦਾ ਸੱਚਾ ਇਸ਼ਨਾਨ ਹੋ ਗਿਆ। ਉਹਦੀ ਮਤ ਪਾਪਾਂ ਵਿਕਾਰਾਂ ਤੋਂ ਰਹਿਤ ਹੋ ਗਈ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਤਾਂ ਗੁਰੂ ਜੀ ਸਾਡਾ ਇੱਥੇ ਇੱਕ ਖਿਆਲ ਜਿਹੜਾ ਬਣਿਆ ਹੋਇਆ ਹੈ ਕਿ ਕੋਈ ਸਮਾਂ ਚੰਗਾ ਹੁੰਦਾ ਹੈ, ਕੋਈ ਸਮਾਂ ਮਾੜਾ ਹੁੰਦਾ ਹੈ, ਇਸ ਖਿਆਲ ਦਾ ਖੰਡਨ ਕਰ ਰਹੇ ਨੇ। ਔਰ ਗੁਰੂ ਜੀ ਕਹਿੰਦੇ ਨੇ ਅੱਠੇ ਪਹਿਰ ਜੇ ਪ੍ਰਭੂ ਦਾ ਅਦਬ, ਡਰ, ਪਿਆਰ ਮਨ ਦੇ ਅੰਦਰ ਟਿਕਾ ਲਿਆ ਜਾਏ ਤਾਂ ਸਾਰੇ ਹੀ ਵੇਲੇ, ਸਾਰੇ ਹੀ ਸਮੇਂ ਸੁਹਾਵਣੇ ਨੇ। ਤੇ ਜੇ ਸੱਚਾ ਸਾਹਿਬ, ਸੱਚੇ ਸਾਹਿਬ ਦੇ ਗੁਣ ਸਾਡੀ ਸੋਚ ਦੇ ਅੰਦਰ ਵਸ ਜਾਣ ਤਾਂ ਬੰਦੇ ਦਾ ਸੱਚਾ ਇਸ਼ਨਾਨ ਹੋ ਜਾਂਦਾ ਹੈ
ਉਹਦੀ ਭਟਕਣਾ ਜਿਹੜੀ ਇਹ ਤੀਰਥਾਂ ਵਗੈਰਾ ਦੀ ਮੁੱਕ ਜਾਂਦੀ। ਸਈ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ। ਪਿੱਛੇ ਕਿਹਾ ਸੀ ਨਾ ਕਿ ਉਹ ਸ਼ਾਹ ਨੇ ਜਿਹੜੇ ਵਕਤ ਤੇ ਲੜ ਪੈਂਦੇ ਨੇ, ਘੋਲ ਕਰਦੇ ਨੇ। ਹੁਣ ਸ਼ਾਹ ਕੌਣ ਹੈ? ਮਹਾਨ ਕੌਣ ਹੈ? ਸ਼ਾਹੂਕਾਰ ਕੌਣ ਹੈ? ਪੂਰੇ ਸ਼ਾਹ ਦਾ ਮਤਲਬ ਮੁਕੰਮਲ ਸ਼ਾਹੂਕਾਰ, ਸੱਚਾ ਸ਼ਾਹੂਕਾਰ, ਸਫਲ ਸ਼ਾਹੂਕਾਰ, ਸਫਲ ਵਪਾਰੀ। ਜਿੰਨੀ ਪੂਰਾ ਪਾਇਆ ਉਹ ਮੁਕੰਮਲ ਸ਼ਾਹੂਕਾਰ ਨੇ, ਜਿਨ੍ਹਾਂ ਨੇ ਪੂਰਨ ਪ੍ਰਭੂ ਨੂੰ ਪਾ ਲਿਆ। ਉਹਨਾਂ ਦਾ ਜੀਵਨ ਸਫਲਾ ਹੈ, ਉਹਨਾਂ ਦਾ ਜੀਵਨ ਮੁਬਾਰਕ ਹੈ। ਉਹ ਅਸਲੀ ਸ਼ਾਹ ਨੇ, ਉਹ ਅਸਲੀ ਅਮੀਰ ਨੇ, ਉਹ ਧਨਵੰਤ ਨੇ, ਕੁਲਵੰਤ ਨੇ, ਪਤਵੰਤ ਨੇ, ਉਹ ਜੀਵਨ ਮੁਕਤ ਨੇ, ਉਹ ਮਹਾਨ ਨੇ, ਜਿਨ੍ਹਾਂ ਨੇ ਪੂਰੇ ਨੂੰ ਪਾ ਲਿਆ। ਪੂਰੇ ਨੂੰ ਪਾਉਣ ਦਾ ਮਤਲਬ ਜੋ ਪੂਰੇ ਪ੍ਰਭੂ ਦੀ ਰਜ਼ਾ ਵਿੱਚ ਤੁਰਦੇ ਨੇ, ਜਿਨ੍ਹਾਂ ਨੇ ਪੂਰੇ ਪ੍ਰਭੂ ਦੇ ਗੁਣਾਂ ਨੂੰ ਅਪਣਾ ਲਿਆ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਰੱਬੀ ਗੁਣਾਂ ਦੇ ਵਿੱਚ ਜੋੜ ਲਿਆ, ਉਹ ਇਨਸਾਨ ਪੂਰੇ ਨੇ। ਤੇ ਦੇਖੋ, ਕੋਈ ਵੀ ਇਨਸਾਨ ਪੂਰਾ ਹੋ ਸਕਦਾ ਹੈ ਨਾ, ਜੇ ਉਹ ਸੱਚ ਦੇ ਨਾਲ ਜੁੜ ਜਾਏ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਅੱਠੀ ਵੇ ਪਰਵਾਹ ਰਹਿਨ ਇਕੱਤੇ ਰੰਗ। ਇਹਨੂੰ ਇਕਤੇ ਨਹੀਂ ਪੜਨਾ, ਇਕੱਤੇ। ਅੱਠੀ ਨਹੀਂ ਪੜਨਾ, ਅੱਠੀ, ਠੱਠੇ ਨਾਲ ਬਿੰਦੀ ਵੀ ਲਾਵਾਂਗੇ। ਅੱਠੀ, ਅੱਠੀ ਵੇ ਪਰਵਾਹ। ਅੱਠੀ ਦਾ ਮਤਲਬ ਅੱਠੇ ਪੈਰ। ਰਹਿਨ ਇਕੱਤੇ ਰੰਗ, ਰੰਗ ਦਾ ਮਤਲਬ ਪਿਆਰ ਵਿੱਚ। ਜੋ ਇੱਕ ਪ੍ਰਭੂ ਦੇ ਪਿਆਰ ਰੰਗ ਦੇ ਵਿੱਚ ਰਹਿੰਦੇ ਨੇ, ਜੋ ਅੱਠੇ ਪਹਿਰ ਇੱਕ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹ ਬੇਪਰਵਾਹ ਨੇ, ਬੇਮੁਤਾਜ ਨੇ। ਉਹਨਾਂ ਨੂੰ ਕਿਸੇ ਦੀ ਮੁਤਾਜੀ ਨਹੀਂ ਹੈ, ਉਹ ਕਿਸੇ ਦੇ ਮੁਤਾਜ ਨਹੀਂ ਹੁੰਦੇ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਰੱਬੀ ਰਜ਼ਾ ਤੋਂ ਬਾਹਰ ਕੁਝ ਹੋ ਨਹੀਂ ਸਕਦਾ, ਰੱਬੀ ਹੁਕਮ ਤੋਂ ਉਲਟ ਕੁਝ ਨਹੀਂ ਹੋ ਸਕਦਾ। ਨਾ ਮੈਂ ਕੁਝ ਕਰ ਸਕਦਾ, ਨਾ ਤੁਸੀਂ ਕੁਝ ਕਰ ਸਕਦੇ ਹੋ। ਰੱਬੀ ਰਜ਼ਾ ਤੋਂ, ਲਾ ਆਫ ਨੇਚਰ ਤੋਂ ਬਾਹਰ ਕੋਈ ਵੀ ਕੁਝ ਨਹੀਂ ਕਰ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤਾਂ ਫਿਰ ਬੰਦਾ ਬੇਪਰਵਾਹ ਹੋ ਜਾਂਦਾ ਹੈ। ਹੁਣ ਜਦੋਂ ਸਾਡੇ ਮਨ ਅੰਦਰ ਇਹ ਵਿਸ਼ਵਾਸ ਨਹੀਂ ਹੈ ਨਾ ਕਿ ਰੱਬੀ ਰਜ਼ਾ ਤੋਂ ਉਲਟ ਬਾਹਰ ਕੁਝ ਨਹੀਂ ਹੋ ਸਕਦਾ, ਜਿਨ੍ਹਾਂ ਦੇ ਮਨ ਵਿੱਚ ਇਹ ਵਿਸ਼ਵਾਸ ਨਹੀਂ, ਜਿਨ੍ਹਾਂ ਨੂੰ ਇਹਦੀ ਸਮਝ ਨਹੀਂ, ਉਹ ਜੋਤਸ਼ੀਆਂ ਦੀ ਵੀ ਪਰਵਾਹ ਕਰਨਗੇ ਕਿ ਜੋਤਿਸ਼ ਵੀ ਕੁਝ ਹੈ। ਉਹ ਮੰਗਲੀਕ ਹੋਣ ਦੀ ਵੀ ਪਰਵਾਹ ਕਰਨਗੇ ਕਿ ਮੰਗਲੀਕ ਮੁੰਡੇ ਕੁੜੀ ਨਾਲ ਵਿਆਹ ਕਰਾ ਲਿਆ ਤੇ ਇੱਕ ਨੇ ਵਿੱਚੋਂ ਫੁੜਕ ਪੈਣਾ। ਉਹਨਾਂ ਦਾ ਵਿਸ਼ਵਾਸ ਹੋਏਗਾ, ਪਰਵਾਹ ਕਰਨਗੇ ਇਸ ਚੀਜ਼ ਦੀ। ਉਹ ਸ਼ਨੀਵਾਰ ਮੰਗਲਵਾਰ ਦੀ ਵੀ ਪਰਵਾਹ ਕਰਨਗੇ। ਉਹ ਭੂਤਾਂ ਪ੍ਰੇਤਾਂ ਤੋਂ ਵੀ ਡਰਨਗੇ, ਉਹ ਜੰਤਰਾਂ ਮੰਤਰਾਂ ਤੋਂ ਵੀ ਡਰਨਗੇ, ਉਹ ਬਾਬਿਆਂ ਦੇ ਵਾਰ ਸਰਾਪ ਦੇ ਵਿੱਚ ਵੀ ਵਿਸ਼ਵਾਸ ਰੱਖਣਗੇ। ਉਹ ਤੀਰਥ ਇਸ਼ਨਾਨ, ਪੁੰਨ ਦਾਨ, ਇਹਨਾਂ ਚੱਕਰਾਂ ਦੇ ਵਿੱਚ ਵੀ ਪੈ ਰਹਿਣਗੇ। ਉਹ ਇਹਨਾਂ ਚੀਜ਼ਾਂ ਦੀ ਪਰਵਾਹ ਕਰਨਗੇ ਕਿ ਇਹ ਕੁਝ ਕਰ ਸਕਦੇ ਨੇ। ਪਰ ਜਿਨ੍ਹਾਂ ਦਾ ਵਿਸ਼ਵਾਸ ਰੱਬ ਦੇ ਵਿੱਚ ਹੈ, ਇੱਕ ਪ੍ਰਭੂ ਦੇ ਪ੍ਰੇਮ ਵਿੱਚ ਨੇ, ਜਿਨ੍ਹਾਂ ਨੂੰ ਇਹ ਸਮਝ ਆ ਜਾਏਗੀ ਕਿ ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਹੁੰਦਾ, ਉਹ ਅੱਠੇ ਪੈਰ ਹੀ ਬੇਪਰਵਾਹ ਨੇ। ਉਹਨਾਂ ਨੂੰ ਕਿਸੇ ਦੀ ਮੁਤਾਜੀ ਨਹੀਂ ਹੈ, ਕਿਸੇ ਜੋਤਸ਼ੀ ਦੀ, ਕਿਸੇ ਬਾਬੇ ਦੀ, ਵਰਤ ਨਰਾਤਿਆਂ ਦੀ, ਤੀਰਥਾਂ ਦੀ। ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਮੁਤਾਜੀ ਨਹੀਂ ਹੁੰਦੀ। ਉਹ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਂਦੇ ਨੇ। ਦਰਸ਼ਨ ਰੂਪ ਅਥਾ ਵਿਰਲੇ ਪਾਈਏ ਹੈ। ਪਾਈਏ ਦਾ ਮਤਲਬ ਪਾਈਦੇ ਨੇ, ਲੱਭਦੇ ਨੇ। ਅਜਿਹੇ ਬੰਦੇ ਬੜੇ ਘੱਟ ਮਿਲਦੇ ਨੇ ਜੋ ਅਥਾ ਪ੍ਰਭੂ ਦੇ ਦੀਦਾਰ ਵਿੱਚ ਔਰ ਸਰੂਪ ਦੇ ਵਿੱਚ ਜੁੜੇ ਰਹਿੰਦੇ ਨੇ। ਰੂਪ ਦੇ ਪੱਪੇ ਨਾਲ ਸਿਹਾਰੀ ਹੈ, ਰੂਪ ਵਿੱਚ, ਸਰੂਪ ਵਿੱਚ, ਉਹਦੀ ਹੋਂਦ ਅੰਦਰ। ਜੋ ਰੱਬੀ ਦਰਸ਼ਨਾਂ ਵਿੱਚ ਔਰ ਰੱਬੀ ਸਰੂਪ ਦੇ ਅੰਦਰ ਜੁੜੇ ਹੋਏ ਨੇ, ਇਹੋ ਜਿਹੇ ਬੰਦੇ ਵਿਰਲੇ ਲੱਭਦੇ ਨੇ। ਹੈ ਸਹੀ ਨੇ ਦੁਨੀਆ ਵਿੱਚ, ਇਹ ਨਹੀਂ ਕਿ ਨਹੀਂ ਹੈ, ਵਿਰਲੇ ਨੇ, ਘੱਟ ਨੇ, ਬਹੁ ਗਿਣਤੀ ਨਹੀਂ ਹਨ, ਘੱਟ ਗਿਣਤੀ ਹੈ ਜੋ ਪ੍ਰਭੂ ਦੇ ਦੀਦਾਰ ਕਰਦੇ ਨੇ। ਚਾਰ ਚੁਫੇਰੇ ਜੋ ਰੱਬ ਨੂੰ ਵੇਖਦੇ ਨੇ। ਜਿਵੇਂ ਭਗਤ ਕਬੀਰ ਜੀ ਕਹਿ ਰਹੇ ਨੇ ਨਾ, ਦੋਏ ਦੋਏ ਲੋਚਨ ਪੇਖਾਂ, ਹੋ ਹਰ ਬਿਨ ਔਰ ਨਾ ਦੇਖਾਂ। ਕਿ ਮੈਂ ਹੋਰ ਕਿਸੇ ਨੂੰ ਨਹੀਂ ਵੇਖਿਆ, ਰੱਬ ਨੂੰ ਹੀ ਵੇਖਿਆ ਹੈ। ਲੋਕਾਂ ਦਾ ਵੀ ਉਹ ਭੁਲੇਖਾ ਦੂਰ ਕਰ ਰਹੇ ਨੇ। ਕਹਿੰਦੇ ਨੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ, ਖਲਕ ਮੈਂ ਖਾਲਿਕ, ਪੂਰ ਰਹੋ ਸਰਬ ਠਾਈ। ਕਿ ਕਿਸੇ ਭੁਲੇਖੇ ਵਿੱਚ ਨਾ ਪਵੋ। ਰੱਬ ਇਸ ਦੁਨੀਆ ਤੋਂ ਵੱਖਰਾ ਨਹੀਂ ਹੈ। ਰੱਬ ਖਲਕਤ ਵਿੱਚ ਹੈ, ਖਲਕਤ ਰੱਬ ਵਿੱਚ ਹੈ। ਇਹ ਤਾਣੇ ਪੇਟੇ ਦੀ ਤਰ੍ਹਾਂ ਇੱਕੋ ਹੀ ਰੂਪ ਹੈ। ਦੂਜਿਆਂ ਦਾ ਵੀ ਉਹ ਭਰਮ ਔਰ ਭੁਲੇਖਾ ਕੱਢ ਰਹੇ ਹਨ। ਤਾਂ ਐਸੇ ਜਿਹੜੇ ਨੇ ਵਿਰਲੇ ਨੇ ਜੋ ਮਨੁੱਖਾਂ ਦੇ ਅੰਦਰ, ਇਨਸਾਨੀਅਤ ਦੇ ਅੰਦਰ, ਕੁਦਰਤ ਦੇ ਅੰਦਰ ਰੱਬ ਦੇ ਦਰਸ਼ਨ ਕਰਦੇ ਨੇ ਔਰ ਉਹਦੇ ਪ੍ਰੇਮ ਦੇ ਅੰਦਰ ਰੰਗੇ ਰਹਿੰਦੇ ਨੇ।
परम पूरै पूरा गुरु पूरा जा का बोल। परम पूरे ਦਾ ਮਤਲਬ ਪੂਰੇ ਕਰਮ ਨਾਲ, ਉਦਮ ਦੇ ਨਾਲ। ਪੂਰਾ ਗੁਰੂ ਦਾ ਮਤਲਬ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਦਾ ਹੈ। ਪੂਰਾ ਜਾ ਕਾ ਬੋਲ, ਜਿਸ ਗੁਰੂ ਦਾ ਬੋਲ ਪੂਰਾ ਹੈ, ਯਾਨੀ ਜਿਸ ਦੇ ਬੋਲ ਸੱਚੇ ਨੇ। ਪੂਰੇ ਉਦਮ ਦੇ ਨਾਲ ਐਸਾ ਗੁਰੂ ਮਿਲਦਾ ਹੈ ਜਿਸ ਨੂੰ ਅਸੀਂ ਰਹਿਮਤ ਕਹਿੰਦੇ ਆ, ਬਖਸ਼ਿਸ਼, ਰਹਿਮਤ। ਉਦਮ ਕਰਕੇ ਜਿਨ੍ਹਾਂ ਨੂੰ ਐਸਾ ਗੁਰੂ ਮਿਲ ਪੈਂਦਾ ਹੈ ਜਿਸ ਗੁਰੂ ਦੇ ਬੋਲ ਪੂਰੇ ਨੇ। ਭਾਵ ਜੋ ਯੂਨੀਵਰਸਲ ਟਰੁੱਥ ਗੁਰੂ ਕਹਿ ਰਿਹਾ ਹੈ, ਜਿਸ ਦੇ ਬੋਲ ਸਰਬ ਸਾਂਝੇ, ਸਰਬਦੇਸ਼ੀ, ਸਰਬਕਾਲੀ ਨੇ, ਜਿਨ੍ਹਾਂ ਨੂੰ ਐਸਾ ਪੂਰਾ ਗੁਰੂ ਮਿਲ ਪੈਂਦਾ ਹੈ। ਭਾਗਾਂ ਨਾਲ ਕਹਿ ਲਓ, ਕਿਸੇ ਵੀ ਢੰਗ ਨਾਲ ਕਹਿ ਲਓ, ਉਦਮ ਨਾਲ ਕਹਿ ਲਓ, ਕਿਰਪਾ ਨਾਲ ਕਹਿ ਲਓ, ਗੱਲ ਤਾਂ ਗੁਰੂ ਦੇ ਮਿਲਾਪ ਦੀ ਹੈ। ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਜਿਸ ਮਨੁੱਖ ਨੂੰ ਗੁਰੂ ਪੂਰਾ ਬਣਾ ਦਿੰਦਾ ਨਾ, ਫਿਰ ਉਹਦਾ ਤੋਲ ਘਟਦਾ ਨਹੀਂ। ਉਹਦਾ ਤੋਲ ਘਟਦਾ ਨਹੀਂ ਦਾ ਮਤਲਬ ਉਹਦਾ ਸੰਬੰਧ ਰੱਬ ਨਾਲੋਂ ਟੁੱਟਦਾ ਨਹੀਂ। ਉਹਦਾ ਜੀਵਨ, ਉਹਦੀ ਸੋਚ ਫਿਰ ਨੀਵੇਂ ਸਤਰ ਦੀ ਨਹੀਂ ਹੁੰਦੀ। ਜਿਹਨੂੰ ਗੁਰੂ ਨੇ ਪੂਰਿਆ ਕਰ ਦਿੱਤਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਗਿਆ, ਫਿਰ ਉਹਦਾ ਤੋਲ ਘਟਦਾ ਨਹੀਂ ਹੈ ਬਿਲਕੁਲ ਵੀ। ਹੁਣ ਦੇਖੋ, ਦੋ ਚੀਜ਼ਾਂ ਨੇ, ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ। ਇੱਕ ਹਲਕੇ ਮੇਲ ਦੀ ਜ਼ਿੰਦਗੀ, ਇੱਕ ਭਾਰੇ ਮੇਲ ਦੀ ਜ਼ਿੰਦਗੀ, ਔਰ ਇੱਕ ਸਹਿਜ ਦਾ ਜੀਵਨ ਹੈ। ਹਲਕੇ ਮੇਲ ਦੀ ਜ਼ਿੰਦਗੀ ਉਹਨਾਂ ਦੀ ਜਿਹੜੇ ਇਸ ਸੰਸਾਰ ਨੂੰ ਛੱਡ ਕੇ ਭੱਜ ਗਏ, ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ। ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ, ਜੋ ਵੀ ਆ ਸਮਾਜ ਦੀ ਜ਼ਿੰਮੇਵਾਰੀ ਨੂੰ ਛੱਡ ਕੇ ਭੱਜ ਗਏ, ਬਾਬੇ ਬਣ ਗਏ, ਜੰਗਲਾਂ ਵਿੱਚ ਚਲੇ ਗਏ। ਭੈਣਾਂ ਭਰਾਵਾਂ ਦੀ ਪਰਵਾਹ ਨਹੀਂ ਕੀਤੀ, ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਜੋ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਰਿਹਾ, ਉਹ ਹੌਲੇ ਮੇਲ ਦੀ ਜ਼ਿੰਦਗੀ, ਘਟੀਆ ਜ਼ਿੰਦਗੀ ਹੈ ਉਹ। ਤੇ ਕੁਝ ਭਾਰੇ ਮੇਲ ਦੀ ਜ਼ਿੰਦਗੀ ਹੈ, ਜੋ ਫਰਜ਼ਾਂ ਨੂੰ ਪੂਰੀਆਂ ਕਰ ਰਹੇ ਨੇ ਪਰ ਪਾਪ ਕਮਾ ਰਹੇ ਨੇ। ਬੱਚਿਆਂ ਨੂੰ ਰੋਟੀ ਪਾਣੀ ਦੇ ਰਹੇ ਨੇ, ਪੜ੍ਹਾ ਰਹੇ ਨੇ, ਲੇਕਿਨ ਦੂਜਿਆਂ ਦੇ ਬੱਚਿਆਂ ਦਾ ਹੱਕ ਖਾ ਕੇ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਕਰਕੇ ਪਾਪਾਂ ਦੀਆਂ ਪੰਡਾਂ ਸਿਰ ਤੇ ਚੁੱਕੀਆਂ ਨੇ। ਇੱਕ ਉਹ ਨੇ ਜੋ ਫਰਜ਼ਾਂ ਨੂੰ ਛੱਡ ਕੇ ਭੱਜ ਗਏ ਨੇ, ਹੌਲੀ ਕਿਸਮ ਦੀ ਜ਼ਿੰਦਗੀ, ਘਟੀਆ। ਦੂਜੇ ਉਹ ਨੇ ਜਿਨ੍ਹਾਂ ਨੇ ਪਾਪਾਂ ਦੀਆਂ ਪੰਡਾਂ ਚੁੱਕੀਆਂ ਨੇ। ਤੇ ਤੀਜੇ ਉਹ ਨੇ ਜਿਹੜੇ ਫਰਜ਼ਾਂ ਨੂੰ ਛੱਡ ਕੇ ਵੀ ਨਹੀਂ ਭੱਜੇ, ਪਾਪਾਂ ਦੀਆਂ ਪੰਡਾਂ ਵੀ ਨਹੀਂ ਚੁੱਕੀਆਂ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਜ਼ਿੰਦਗੀ ਜੀ ਰਹੇ ਨੇ ਔਰ ਆਪਣੇ ਫਰਜ਼ਾਂ ਨੂੰ ਪੂਰੀਆਂ ਕਰ ਰਹੇ ਨੇ। ਇਹ ਉਹ ਨੇ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ। ਤਾਂ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਜਿਨ੍ਹਾਂ ਨੂੰ ਗੁਰੂ ਨੇ ਪੂਰਾ ਕਰ ਦਿੱਤਾ, ਜਿਨ੍ਹਾਂ ਨੇ ਗੁਰੂ ਤੋਂ ਵੇ ਆਫ ਲਾਈਫ ਸਿੱਖ ਲਿਆ, ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਲਿਆ, ਉਹਨਾਂ ਦਾ ਤੋਲ ਕਦੇ ਘਟਦਾ ਨਹੀਂ। ਜਦੋਂ ਤੋਲੋਗੇ ਉਦੋਂ ਪੂਰੇ ਉਤਰਨਗੇ। ਤੋਲਣ ਦਾ ਮਤਲਬ ਇਹ ਨਹੀਂ ਕਿ ਤਕੜੀ ਦੀ ਤੋਲੋਗੇ, ਉਹਨਾਂ ਨੂੰ ਜਦੋਂ ਵੀ ਪਰਖੋਗੇ, ਜਿੱਥੇ ਵੀ ਦੇਖੋਗੇ, ਪੂਰੇ ਉਤਰਨਗੇ। ਨਾ ਉਹਨਾਂ ਦੀ ਨਜ਼ਰ ਮੈਲੀ ਹੋਏਗੀ, ਨਾ ਉਹਨਾਂ ਦੇ ਬੋਲ ਵਿਕਾਰਾਂ ਵਾਲੇ ਹੋਣਗੇ, ਨਾ ਉਹਨਾਂ ਦੀ ਸੋਚ ਭੈੜੀ ਹੋਏਗੀ, ਪੂਰੇ ਉਤਰਨਗੇ। ਬੇਸ਼ੱਕ ਆਰੇ ਨਾਲ ਚੀਰ ਲਓ, ਪੂਰੇ ਨੇ ਉਹ। ਉਹਨਾਂ ਨੂੰ ਦੇਗਾਂ ਵਿੱਚ ਉਬਾਲ ਲਓ, ਉਹਨਾਂ ਦਾ ਤੋਲ ਘਟੇਗਾ ਨਹੀਂ ਕਿ ਉਹ ਆਪਣੇ ਸੱਚ ਨੂੰ ਛੱਡ ਦੇਣ। ਨੀਹਾਂ ਵਿੱਚ ਚਿਣ ਦਿਓ ਤਾਂ ਉਹਨਾਂ ਦਾ ਤੋਲ ਘਟੇਗਾ ਨਹੀਂ। ਉਹ ਪੂਰੇ ਉਤਰ ਰਹੇ ਨੇ ਸੱਚ ਦੇ ਉੱਤੇ, ਹਰ ਥਾਂ ਦੇ ਉੱਤੇ ਪੂਰੇ ਨੇ, ਮਨ ਵਚਨ ਕਰਮ ਕਰਕੇ ਪੂਰੇ ਨੇ। ਉਹ ਇਨਸਾਨ ਪੂਰੇ ਨੇ, ਉਹਨਾਂ ਦਾ ਪ੍ਰਭੂ ਦੇ ਨਾਲ ਮਿਲਾਪ ਬਣਿਆ ਰਹਿੰਦਾ ਹੈ, ਉਹਨਾਂ ਦੀ ਕਦੀ ਦੂਰੀ ਨਹੀਂ ਵੱਧਦੀ, ਜਿਨ੍ਹਾਂ ਨੂੰ ਗੁਰੂ ਨੇ ਪੂਰਿਆ ਕਰ ਦਿੱਤਾ। ਭਾਵ ਜਿਨ੍ਹਾਂ ਨੇ ਗੁਰੂ ਤੋਂ ਵੇ ਆਫ ਲਾਈਫ ਸਿੱਖ ਲਿਆ। ਜਾਂ ਤੂੰ, ਇੱਥੇ ਵਿਸਰਾਮ ਲਗਾਵਾਂਗੇ, ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ। ਸੱਚ ਸੁਣਾਈਏ ਦਾ ਮਤਲਬ ਮੈਂ ਸੱਚ ਕਹਿੰਦਾ ਹਾਂ, ਮੈਂ ਇਹ ਗੱਲ ਸੱਚ ਕਹਿ ਰਿਹਾ ਹਾਂ। ਜਾਂ ਤੂੰ, ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਪ੍ਰਭੂ ਮੈਂ ਇਹ ਗੱਲ ਸੱਚ ਕਹਿੰਦਾ ਹਾਂ। ਜਾਂ ਤੂੰ, ਜਦੋਂ ਮੇਰਾ ਰਾਖਾ ਤੂੰ ਹੈ, ਤਾਂ ਕਿਆ ਹੋਰ, ਤਾਂ ਮੈਨੂੰ ਹੋਰ ਕਿਸੇ ਦੀ ਲੋੜ ਹੀ ਨਹੀਂ, ਮੈਨੂੰ ਹੋਰ ਕਿਸੇ ਦੀ ਮੁਤਾਜੀ ਕਾਹਦੀ। ਜਦੋਂ ਮੇਰਾ ਮਾਲਕ ਤੂੰ ਹੈ, ਸੰਸਾਰ ਦੀ ਉਤਪਤੀ, ਲੈਤਾ, ਪਾਲਣਾ, ਸੰਚਾਲਨ ਕਰਨ ਵਾਲਾ ਤੂੰ ਹੈ, ਤਾਂ ਮੈਨੂੰ ਹੋਰ ਕਿਸੇ ਦੀ ਮੁਤਾਜੀ ਨਹੀਂ, ਮੈਂ ਗੱਲ ਸੱਚ ਕਹਿ ਰਿਹਾ। ਦੇਖੋ, ਬੰਦੇ ਦੀ ਜੋ ਪ੍ਰੋਬਲਮ ਹੈ ਨਾ, ਬੰਦਾ ਕਹਿ ਤੇ ਰਿਹਾ ਹੈ ਇੱਕ ਓੰਕਾਰ, ਗੁਰੂ ਜੀ ਦੇ ਇਸ ਪਾਵਨ ਬਚਨ ਨੂੰ ਪੜ੍ਹ ਰਿਹਾ ਹੈ,
ਬੰਦਾ ਕਹਿ ਰਿਹਾ ਹੈ ਕਿ ਰੱਬ ਸੰਸਾਰ ਦਾ ਪਾਲਨ ਕਰਨ ਵਾਲਾ ਹੈ, ਉਤਪत्ति ਕਰਨ ਵਾਲਾ ਹੈ, ਲੈਤਾ ਕਰਨ ਵਾਲਾ ਹੈ, ਸੰਚਾਲਨ ਕਰਨ ਵਾਲਾ ਹੈ, ਇਹ ਸਭ ਕੁਝ ਰੱਬ ਦੇ ਹੱਥ ਹੈ। ਤੇ ਇਹ ਗੱਲ ਕਹਿਣ ਵਾਲਾ ਬੰਦਾ ਬਾਬੇ ਦੇ ਡੇਰੇ ਤੇ ਗਿਆ ਹੈ, ਬਾਬਾ ਜੀ ਸਾਡੇ ਵੱਲ ਪੋਤਰਾ ਨਹੀਂ ਹੁੰਦਾ। ਇਹ ਗੱਲ ਕਹਿਣ ਵਾਲਾ ਬੰਦਾ ਕਿ ਜੋ ਰੱਬ ਹੀ ਉਤਪत्ति, ਲੈਤਾ, ਪਾਲਣਾ, ਸੰਚਾਲਨ ਕਰਨ ਵਾਲਾ ਹੈ, ਉਹ ਜਾ ਕੇ ਜੋਤਸ਼ੀ ਨੂੰ ਕਹਿ ਰਿਹਾ ਕਿ ਮੇਰੀ ਲਾਟਰੀ ਕਦੋਂ ਨਿਕਲੇਗੀ। ਤੇ ਰੱਬ ਦੇ ਉੱਤੇ ਵਿਸ਼ਵਾਸ ਕਾਹਦਾ ਹੋਇਆ? ਕੱਟੇ ਮਿੱਟੀ ਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ, ਮੈਂ ਇਹ ਗੱਲ ਸੱਚ ਕਹਿ ਰਿਹਾ, ਜਦੋਂ ਮੇਰੇ ਦੇ ਸਿਰ ਦੇ ਉੱਤੇ ਰਾਖਾ ਤੂੰ ਹੈ ਤਾਂ ਮੈਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੈ। ਮੈਂ ਹੋਰ ਕਿਸੇ ਦਾ ਮੁਤਾਜ ਨਹੀਂ ਹਾਂ ਕਿ ਉਹ ਮੇਰੀ ਕਿਸਮਤ ਬਦਲੇਗਾ, ਕਿ ਉਹ ਮੈਨੂੰ ਸੁੱਖ ਦੇਵੇਗਾ, ਕਿ ਉਹ ਮੇਰੀਆਂ ਲਾਟਰੀਆਂ ਕੱਢੇਗਾ, ਕਿ ਉਹ ਮੈਨੂੰ ਦੁੱਖ ਲਾ ਸਕਦਾ ਹੈ ਜਾਂ ਮੇਰਾ ਦੁੱਖ ਹਟਾ ਸਕਦਾ ਹੈ। ਹੇ ਪ੍ਰਭੂ, ਤੇਰੀ ਰਜ਼ਾ ਦੇ ਅੰਦਰ ਸਾਰਾ ਕੁਝ ਹੈ। ਰਜ਼ਾ ਤੋਂ ਬਾਹਰ ਨਾ ਕੋਈ ਦੁੱਖ ਲਾ ਸਕਦਾ ਹੈ ਤੇ ਨਾ ਕੋਈ ਹਟਾ ਸਕਦਾ ਹੈ। ਜੇ ਐਵੇਂ ਹੋ ਸਕਦਾ ਹੁੰਦਾ ਤਾਂ ਆ ਕਰੋਨਾ ਨੇ ਸਾਰੇ ਬਾਬਿਆਂ ਦੇ ਪਰਦੇ ਫਾਸ਼ ਕਰ ਦਿੱਤੇ ਨੇ। ਜੇ ਐਸਾ ਕਰ ਸਕਦਾ ਕੋਈ ਤੇ ਹੁਣ ਵੀ ਕਰਕੇ ਵੇਖ ਲੈ। ਜੋ ਵੀ ਹੁਣ ਇਹ ਜਿਵੇਂ ਚਾਈਨਾ ਵਿੱਚ ਜੇਕਰ ਕੰਟਰੋਲ ਹੋਇਆ ਤਾਂ ਉਹਨਾਂ ਨੇ ਆਪਣੇ ਦਵਾਈ ਦਾਰੂ ਜਾਂ ਜੋ ਵੀ ਉਹਨਾਂ ਨੇ ਕੀਤਾ ਹੈ। ਜੇ ਹੁਣ ਯੂਕੇ ਦੇ ਵਿੱਚ ਹੁਣ ਕੇਸ ਵਗੈਰਾ ਘਟ ਰਹੇ ਨੇ ਤਾਂ ਵੈਕਸੀਨ ਵਗੈਰਾ ਜਾਂ ਜੋ ਵੀ ਕੀਤਾ ਸਾਰਾ ਕੁਝ ਤਾਂ ਹੀ ਹੈ ਨਾ। ਇਹ ਕਿਸੇ ਬਾਬੇ ਨੇ ਨਹੀਂ ਕੀਤਾ। ਜੇ ਐਸਾ ਹੋ ਸਕਦਾ ਹੈ, ਹੁਣ ਇੰਡੀਆ ਵਿੱਚ ਕੇਸ ਵੱਧ ਰਹੇ ਨੇ ਤੇ ਇੰਡੀਆ ਦੇ ਅੰਦਰ ਸਭ ਤੋਂ ਜ਼ਿਆਦਾ ਬਾਬੇ ਨੇ, ਉੱਥੇ ਹੀ ਕਰਾਮਾਤਾਂ ਨੂੰ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ। ਵਰ ਸਰਾਪ ਮੰਨੇ ਜਾਂਦੇ ਨੇ ਔਰ ਲੋਕ ਕਹਿ ਰਹੇ ਨੇ ਬਾਬਾ ਜੀ ਦਾ ਵਰ, ਬਾਬਾ ਜੀ ਦਾ ਫਲਾਂ, ਤਾਂ ਹਟਾ ਕੇ ਵੇਖ ਲੈਣ, ਕੁਛ ਨਹੀਂ ਨਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਮੈਂ ਗੱਲ ਸੱਚ ਕਹਿ ਰਿਹਾ, ਮੇਰੇ ਸਿਰ ਤੇ ਤੂੰ ਹੈ ਤਾਂ ਮੈਨੂੰ ਹੋਰ ਕਿਸੇ ਦੀ ਮੁਤਾਜੀ ਨਹੀਂ, ਮੈਂ ਸਿਰਫ ਤੇਰੀ ਰਜ਼ਾ ਵਿੱਚ ਤੁਰਦਾ। ਔਰ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਰੱਬੀ ਰਜ਼ਾ ਦੇ ਵਿੱਚ ਤੁਰਨ ਦਾ ਯਤਨ ਕਰੋ। ਮੁੱਠੀ ਧੰਦਾ ਚੋਰ ਮਹਿਲ ਨਾ ਪਾਈਏ। ਧੰਦਾ ਚੋਰ, ਚੋਰ ਦੇ ਰਾਰੇ ਨਾਲੇ ਸਿਹਾਰੀ। ਚੋਰ ਨੇ, ਚੋਰ ਨੇ, ਕਿਹੜਾ ਚੋਰ? ਧੰਦਾ, ਧੰਦਾ ਚੋਰ, ਧੰਦੇ ਰੂਪ ਚੋਰ ਨੇ। ਮੁੱਠੀ ਦਾ ਮਤਲਬ ਠੱਗ ਲਈ। ਮਹਿਲ ਨਾ ਪਾਈਏ ਦਾ ਮਤਲਬ ਉਹ ਰੱਬ ਦਾ ਘਰ ਨਹੀਂ ਪਾਉਂਦੀ। ਪਰ ਜਿਸ ਇਸਤਰੀ ਨੂੰ ਜਗਤ ਦੇ ਧੰਦੇ ਰੂਪ ਚੋਰ ਨੇ ਮੋਹ ਲਿਆ, ਠੱਗ ਲਿਆ, ਉਹਨੂੰ ਤੇਰਾ ਮਹਿਲ ਨਹੀਂ ਲੱਭਦਾ, ਉਹਨੂੰ ਤੇਰਾ ਘਰ ਨਹੀਂ ਲੱਭਦਾ, ਉਹਦਾ ਤੇਰੇ ਨਾਲ ਮਿਲਾਪ ਨਹੀਂ ਹੁੰਦਾ। ਜਿਹਨੂੰ ਧੰਦਿਆਂ ਨੇ ਠੱਗ ਲਿਆ, ਧੰਦੇ ਚੋਰ ਨੇ, ਠੱਗਣ ਵਾਲੇ ਨੇ ਧੰਦੇ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ, ਨਿੱਕੀਆਂ ਨਿੱਕੀਆਂ ਗੱਲਾਂ ਸਮਝਣ ਵਾਲੀਆਂ ਨੇ। ਹੈ ਤੇ ਕੰਮ, ਆਪਾਂ ਵੈਸੇ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਹੈ ਕੰਮ, ਕੰਮ ਅਸੀਂ ਐਸ਼ ਢੰਗ ਨਾਲ ਵੀ ਕਰ ਸਕਦੇ ਹਾਂ ਕਿ ਸਾਡਾ ਕੀਤਾ ਹੋਇਆ ਕੰਮ ਕਿਰਤ ਬਣ ਜਾਏ, ਭਗਤੀ ਬਣ ਜਾਏ। ਤੇ ਕੰਮ ਅਸੀਂ ਐਸ਼ ਢੰਗ ਦੇ ਨਾਲ ਵੀ ਕਰ ਸਕਦੇ ਹਾਂ ਕਿ ਸਾਡੇ ਕੰਮ ਹੀ ਜੰਜਾਲ ਬਣ ਜਾਣ, ਬੰਧਨ ਬਣ ਜਾਣ। ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਕਾਨ ਚਲਾਉਂਦੇ ਨੇ ਜਾਂ ਮੋਦੀ ਖਾਨੇ ਤੇ ਜੋ ਆਪਣੀ ਡਿਊਟੀ ਨਿਭਾਉਂਦੇ ਨੇ, ਤਾਂ ਉਹਨਾਂ ਦੀ ਦੁਕਾਨ ਵੀ ਧਰਮ ਸਥਾਨ ਹੈ, ਉਹਨਾਂ ਦੀ ਦੁਕਾਨ ਵੀ ਧਰਮ ਹੈ। ਤੇ ਸਾਡੇ ਧਰਮ ਸਥਾਨ ਵੀ ਦੁਕਾਨਾਂ ਬਣ ਗਏ, ਸਾਡਾ ਧਰਮ ਵੀ ਦੁਕਾਨ ਬਣ ਗਿਆ। ਫਰਕ ਹੈ ਨਾ। ਜਦੋਂ ਬੰਦਾ ਸੱਚ ਨੂੰ ਆਧਾਰ ਬਣਾ ਕੇ ਕਰਮ ਕਰਦਾ ਹੈ, ਉਹ ਕਰਮ ਭਗਤੀ ਬਣ ਜਾਂਦੇ ਨੇ, ਉਹ ਕਰਮ ਕਿਰਤ ਬਣ ਜਾਂਦੇ ਨੇ, ਉਹ ਕਰਮ ਰੱਬ ਦੀ ਰਹਿਮਤ ਹੋ ਨਿਬੜਦੇ ਨੇ, ਉਹ ਰੱਬ ਦੇ ਨਾਲ ਮਿਲਾਨ ਵਾਲੇ ਹੋ ਜਾਂਦੇ ਨੇ। ਤੇ ਜਦੋਂ ਕੰਮ ਕਰਨ ਦਾ ਬੇਸ ਝੂਠ ਹੋਵੇ, ਉਹ ਕੰਮ ਹੀ ਜੰਜਾਲ ਬਣ ਜਾਂਦੇ ਨੇ, ਉਹੀ ਬੰਧਨ ਬਣ ਜਾਂਦੇ ਨੇ, ਉਹੀ ਦੁੱਖਾਂ ਦਾ ਕਾਰਨ ਬਣ ਜਾਂਦੇ ਨੇ। ਹੁਣ ਇਹਨਾਂ ਚੀਜ਼ਾਂ ਨੂੰ ਆਪਣੇ ਘਰ ਪਰਿਵਾਰ ਵਿੱਚ ਪਰਖ ਕੇ ਵੇਖੋ। ਜਿਨ੍ਹਾਂ ਘਰਾਂ ਪਰਿਵਾਰਾਂ ਵਿੱਚ ਇਮਾਨਦਾਰੀ ਨਾਲ ਫਰਜ਼ ਨਿਭਾਏ ਜਾਂਦੇ ਨੇ, ਉਹ ਘਰ ਪਰਿਵਾਰ ਸੁਖੀ ਔਰ ਸ਼ਾਂਤ ਨੇ। ਪਰ ਜਿਨ੍ਹਾਂ ਘਰ ਪਰਿਵਾਰਾਂ ਵਿੱਚ ਕੰਮ ਤੇ ਕੀਤਾ ਜਾ ਰਿਹਾ ਹੈ ਲੇਕਿਨ ਇਮਾਨਦਾਰੀ ਨਹੀਂ, ਬੇਈਮਾਨੀ ਹੈ, ਇੱਕ ਦੂਜੇ ਤੇ ਬੇਵਿਸ਼ਵਾਸੀ ਹੈ, ਉੱਥੇ ਸ਼ਾਂਤੀ ਨਹੀਂ, ਉਹ ਧੰਦੇ ਹੋ ਗਏ ਨਾ, ਜੰਜਾਲ ਹੋ ਗਏ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਮੋਹ ਨੇ ਮੋਹ ਲਿਆ ਹੈ, ਜਿਨ੍ਹਾਂ ਨੇ ਸੱਚ ਦਾ ਤਿਆਗ ਕਰ ਲਿਆ ਹੈ, ਉਹਨਾਂ ਨੂੰ ਇਹਨਾਂ ਧੰਦਿਆਂ ਨੇ ਠੱਗ ਲਿਆ ਤੇ ਉਹ ਤੇਰੇ ਤੱਕ ਨਹੀਂ ਪਹੁੰਚ ਸਕਦੇ, ਉਹਨਾਂ ਦੀ ਤੇਰੇ ਤੱਕ ਪਹੁੰਚ ਨਹੀਂ ਹੁੰਦੀ। ਇੰਨੇ ਚਿੱਤ ਕਠੋਰ ਸੇਵ ਗਵਾਈਐ। ਇਸਨੇ ਕਠੋਰ ਚਿੱਤ ਹੋਣ ਕਰਕੇ ਆਪਣੀ ਸਾਰੀ ਸੇਵਾ ਵਿਅਰਥ ਗਵਾ ਲਈ ਹੈ। ਇੰਨੇ ਦਾ ਮਤਲਬ ਇਸਨੇ ਚਿੱਤ ਕਠੋਰ ਚਿੱਤ ਦੇ ਕਾਰਨ, ਜਿਸ ਮਨੁੱਖ ਦਾ ਚਿੱਤ ਕਠੋਰ ਹੈ, ਜਿਹਦੇ ਅੰਦਰ ਦਇਆ ਨਹੀਂ,
ਇੱਥੇ ਸੇਵ ਦਾ ਮਤਲਬ ਹੈ ਸਾਰੀ ਘਾਲਣਾ, ਸਾਰੀ ਮਿਹਨਤ। ਉਹ ਆਪਣੀ ਸਾਰੀ ਮਿਹਨਤ ਹੀ ਬੇਕਾਰ ਗਵਾ ਲੈਂਦਾ ਹੈ, ਆਪਣੀ ਸਾਰੀ ਮਿਹਨਤ ਬੇਕਾਰ ਗਵਾ ਲੈਂਦਾ ਹੈ। ਕਿਵੇਂ ਗਵਾ ਲੈਂਦਾ ਮਿਹਨਤ ਬੇਕਾਰ? ਦੇਖੋ, ਇੱਕ ਖੂਹ ਦੇ ਵਿੱਚ ਨਾ ਬੈਲ ਜੋੜਿਆ ਹੈ, ਤੁਸੀਂ ਰਹਿਟ ਚਲਾਉਂਦੇ ਰਹੇ ਹੋਗੇ। ਅਸੀਂ ਨਿੱਕੇ ਨਿੱਕੇ ਸਾਂ ਤੇ ਜਦੋਂ ਖੂਹ ਜੋਈਦਾ ਸੀ ਨਾ, ਤੇ ਆਪਣੇ ਡੈਡੀ ਨੂੰ ਕਹਿਣਾ ਵੀ ਮੈਂ ਵੀ ਜਾਣਾ, ਮੈਂ ਖੂਹ ਤੇ ਮੈਂ ਬੈਲ ਤੋਰਾਂਗਾ। ਤੇ ਗੱਲ ਸ਼ੌਕ ਬੈਲ ਤੋਰਨ ਦਾ ਨਹੀਂ ਸੀ ਹੁੰਦਾ, ਵੀ ਕੰਮ ਕਰਨ ਦਾ ਬੜਾ ਚਾਅ ਸੀ। ਸ਼ੌਕ ਹੁੰਦਾ ਸੀ ਗਾਦੀ ਤੇ ਬਹਿ ਕੇ ਨਾ ਝੂਟੇ ਲਵਾਂ। ਉਹ ਜਿਹੜੀ ਗਾਦੀ ਹੁੰਦੀ ਸੀ ਉਹਦੇ ਵਿੱਚ ਪਾ ਕੇ ਨਾ ਰੱਸੀਆਂ ਉਹਨੂੰ ਉਣ ਕੇ ਤੇ ਕੱਪੜਾ ਪਾ ਕੇ ਉੱਤੇ ਅਨਾਣੇ ਨੂੰ ਬਿਠਾ ਦੇਣਾ, ਤੋਂ ਬੈਠਾ ਫਿਰ ਤੋਰੀ ਜਾਂਦਾ ਸੀ ਬੈਲ। ਤੇ ਕਈ ਵਾਰ ਐਸਾ ਹੁੰਦਾ ਸੀ ਬੈਲਾਂ ਦੀਆਂ ਅੱਖਾਂ ਦੇ ਉੱਤੇ ਨਾ ਖੋਪੇ ਚੜਾ ਦਿੱਤੇ ਸਨ, ਅੱਖਾਂ ਬੰਨ ਦਿੱਤੀਆਂ, ਬੈਲ ਖੂਹ ਦੇ ਵਿੱਚ ਜੋੜ ਦਿੱਤੇ ਔਰ ਬੈਲਾਂ ਨੂੰ ਤੋੜ ਦਿੱਤਾ। ਤੇ ਬੈਲ ਸਮਝਦੇ ਸਨ ਕਿ ਮੇਰੇ ਪਿੱਛੇ ਬੰਦਾ ਚੱਲ ਰਿਹਾ ਹੈ ਡੰਡਾ ਲੈ ਕੇ, ਜੇ ਖਲੋਤਾ ਤੇ ਮੈਨੂੰ ਮਾਰ ਪਵੇਗੀ। ਬੰਦਾ ਪਿੱਛੇ ਹੁੰਦਾ ਨਹੀਂ, ਅੱਖਾਂ ਬੱਜੀਆਂ ਦੇ ਨਾਲ ਸਾਰਾ ਦਿਨ ਉਹ ਤੁਰੀ ਫਿਰਦੇ ਨੇ, ਕੋਲੂ ਦਾ ਬੈਲ ਲਾ ਲਓ, ਰਹਿਟ ਦਾ ਲਾ ਲਓ। ਦੁਪਹਿਰ ਤੱਕ ਉਹ ਬੈਲ ਚੱਲੇ ਭੁੱਖੇ ਪਿਆਸੇ, ਭਾਰ ਢੋਇਆ। ਤੇ ਦੁਪਹਿਰ ਨੂੰ ਬੰਦੇ ਨੇ, ਮਾਲਕ ਨੇ ਬੈਲਾਂ ਨੂੰ ਰੋਕਿਆ ਕਿ ਹੁਣ ਦੂਜੀ ਜੋੜੀ ਇੱਥੇ ਜੋੜ ਦਈਏ। ਜਦੋਂ ਬੈਲ ਰੁਕਦੇ ਨੇ ਤਾਂ ਸਮਝਦੇ ਨੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਹੋਵਾਂਗੇ ਬਹੁਤ ਦੂਰ, ਕਿਉਂਕਿ ਸਵੇਰ ਦੇ ਚੱਲ ਰਹੇ ਆ, ਸਵੇਰ ਦਾ ਭਾਰ ਢੋ ਰਹੇ ਆ, ਥੱਕੇ ਚੂਰ ਹੋਏ ਪਏ ਨੇ। ਤੇ ਜਦੋਂ ਕਿਸਾਨ ਉਹਨਾਂ ਦੀਆਂ ਅੱਖਾਂ ਖੋਲਦਾ ਹੈ ਤੋ ਇਧਰ ਉਧਰ ਵੇਖ ਕੇ ਹੈਰਾਨ ਰਹਿ ਜਾਂਦੇ ਨੇ ਕਿ ਅਸੀਂ ਤਾਂ ਉੱਥੇ ਹੀ ਖਲੋਤੇ ਆ ਯਾਰ, ਜਿੱਥੋਂ ਤੁਰੇ ਸਾਂ। ਸਾਰਾ ਦਿਨ ਤੁਰਦੇ ਵੀ ਰਹੇ, ਭਾਰ ਵੀ ਢੋਇਆ, ਭੁੱਖੇ ਵੀ ਰਹੇ, ਪਿਆਸੇ ਵੀ ਰਹੇ, ਪਹੁੰਚੇ ਕਿਤੇ ਵੀ ਨਹੀਂ, ਲਾਭ ਕਿਸਾਨ ਨੂੰ ਹੋਇਆ। ਗੁਆਚ ਗਈ ਨਾ ਸੇਵਾ। ਇੱਕ ਮਿਸਾਲ ਹੈ ਸਿਰਫ। ਹੁਣ ਦੇਖੋ, ਕਠੋਰ ਚਿੱਤ ਕਾਰਨ ਸਾਡੇ ਅੰਦਰ ਦਇਆ ਨਹੀਂ, ਸੰਤੋਖ ਨਹੀਂ, ਪਿਆਰ ਮੁਹੱਬਤ ਨਹੀਂ, ਇਨਸਾਨੀਅਤ ਨਹੀਂ, ਗੁਰਮਤਾਸ਼ੇ ਅਨੁਸਾਰ ਜ਼ਿੰਦਗੀ ਨਹੀਂ, ਰੱਬ ਦੀ ਰਜ਼ਾ ਮੁਤਾਬਕ ਤੇ ਜ਼ਿੰਦਗੀ ਜੀਵੀ ਨਹੀਂ। ਤੇ ਕੰਮ ਬੜੇ ਕੀਤੇ ਨੇ, ਵਰਤ ਰੱਖੇ ਨੇ, ਨਰਾਤੇ ਰੱਖੇ ਨੇ, ਸਰਾਧ ਕੀਤੇ ਨੇ, ਮੂਰਤੀਆਂ ਅੱਗੇ ਧਰ ਧਰ ਕੇ ਪ੍ਰਸ਼ਾਦਾ ਭੋਗ ਲਵਾਏ ਨੇ, ਤੀਰਥਾਂ ਤੇ ਨਾਤਿਆਂ, ਦਸਮ ਦੁਆਰ ਵਿੱਚ ਪ੍ਰਾਨ ਚੜਾਏ ਨੇ, ਅਨਲੋਮ ਵਿਲੋਮ ਕੀਤੇ ਨੇ, ਪੁੱਠੇ ਲਟਕੇ ਆ, ਭਗਤੀਆਂ ਕੀਤੀਆਂ ਨੇ, ਜੰਗਲਾਂ ਵਿੱਚ ਵਿਚਰੇ ਆ, ਵਿਖਾਵੇ ਦੀ ਪਾਠ ਪੂਜਾ ਕੀਤੀ ਹੈ। ਤੇ ਮਿਲਿਆ ਕੀ ਹੈ? ਜੇ ਕੁਛ ਮਿਲਿਆ ਹੈ ਤੇ ਦੱਸੋ। ਮਿਲਿਆ ਕੁਛ ਵੀ ਨਹੀਂ, ਵਾਦ ਵਿਵਾਦ, ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ, ਸਾਰਾ ਕੁਛ ਹੈ ਪਰ ਸ਼ਾਂਤੀ ਨਹੀਂ। ਇੰਨੀ ਵਿਦਿਆ, ਇੰਨੇ ਪਦਾਰਥ, ਲੇਕਿਨ ਦੁਨੀਆ ਦੇ ਅੰਦਰ ਸ਼ਾਂਤੀ ਨਹੀਂ ਹੈ। ਬੰਦੇ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ, ਮਿਲਟਰੀ, ਮਿਜ਼ਾਈਲਾਂ, ਟੈਂਕ, ਤੋਪ, ਹਾਈਡਰੋਜਨ, ਪਰਮਾਣੂ ਬੰਬ, ਬੰਦਾ ਕਾਬੂ ਫਿਰ ਨਹੀਂ ਆ ਰਿਹਾ, ਕਿਉਂਕਿ ਚਿੱਤ ਕਠੋਰ ਹੈ ਨਾ। ਇੰਨਾ ਕਠੋਰ ਚਿੱਤ, ਹੀਰੋਸ਼ੀਮਾ ਨਾਗਾਸਾਕੀ ਨੂੰ ਵੇਖੋ, ਉਹਨਾਂ ਦੇ ਉੱਤੇ ਐਟਮ ਬੰਬ, ਕਿਵੇਂ ਬੰਦੇ, ਕਦੇ ਹਿਟਲਰ ਨੂੰ ਯਾਦ ਕਰੋ, ਚੈਂਬਰਾਂ ਦੇ ਅੰਦਰ ਕਿਵੇਂ ਬੰਦੇ ਸਾੜੇ, ਕਦੇ ਔਰੰਗਜ਼ੇਬ ਨੂੰ ਯਾਦ ਕਰੋ, ਜਾਂ 84 ਨੂੰ ਯਾਦ ਕਰੋ ਕਿ ਕਿਵੇਂ ਨੌਜਵਾਨ ਬੱਚਿਆਂ ਦੇ ਗਲਾਂ ਦੇ ਅੰਦਰ ਟਾਇਰ ਪਾ ਪਾ ਕੇ ਅੱਗਾਂ ਲਾਈਆਂ। ਕਠੋਰ ਚਿੱਤ। ਤੇ ਉਹ ਲੋਕ ਆਪਣੇ ਆਪ ਨੂੰ ਧਰਮੀ ਕਹਿ ਰਹੇ ਨੇ। ਇੰਨੇ ਕਠੋਰ ਚਿੱਤ ਕਿ ਧਰਮੀ ਅਖਵਾਉਣ ਵਾਲੇ ਬੰਦੇ ਗੁਰਦੁਆਰਿਆਂ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਨੇ, ਸਿਰ ਪਾੜ ਰਹੇ ਨੇ। ਕਾਲ ਗਵਾਚ ਗਈ ਨਾ ਸਾਰੀ। ਹੁਣ ਜੇ 62 ਸਾਲ ਦੀ ਮੇਰੀ ਉਮਰ ਹੋ ਗਈ, ਮੇਰੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਈ, ਤਾਂ ਮੇਰੀ ਸਾਰੀ ਘਾਲ ਕਮਾਈ ਬੇਕਾਰ ਗਈ ਨਾ। ਕਿਉਂ? ਕਿ ਚਿੱਤ ਕਠੋਰ ਹੈ, ਅੰਦਰ ਕਠੋਰਤਾ ਹੈ। ਕਿਸੇ ਦੇ ਦੁੱਖ ਨੂੰ ਵੇਖ ਕੇ ਮੇਰਾ ਮਨ ਪਤੀਜਦਾ ਨਹੀਂ, ਕਿਸੇ ਰੋਂਦੇ ਨੂੰ ਮੈਂ ਚੁੱਪ ਨਹੀਂ ਕਰਾਉਣਾ ਚਾਹੁੰਦਾ, ਕਿਸੇ ਡਿੱਗੇ ਨੂੰ ਮੈਂ ਉਠਾ ਕੇ ਰਾਜੀ ਨਹੀਂ, ਕਿਸੇ ਜ਼ਖਮੀ ਦੇ ਜ਼ਖਮ ਤੇ ਮੈਂ ਮਲਮ ਨਹੀਂ ਲਗਾਉਣਾ ਚਾਹੁੰਦਾ। ਇਹਨੇ ਕਠੋਰ ਚਿੱਤ। ਤੇ ਇਸ ਤਰ੍ਹਾਂ ਉਹ ਸੇਵਾ ਗਵਾ ਲੈਂਦੇ ਨੇ, ਚਾਹੇ ਉਹ ਧਰਮੀ ਨੇ, ਚਾਹੇ ਉਹ ਰਾਜਨੀਤਿਕ ਨੇ, ਜਾਂ ਕੋਈ ਵੀ ਬੰਦਾ ਹੈ, ਉਹਦੀ ਜ਼ਿੰਦਗੀ ਐਵੇਂ ਵਿਅਰਥ ਚਲੀ ਜਾਂਦੀ ਹੈ। ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ। ਜਿੱਤ ਘੱਟ ਦਾ ਮਤਲਬ, ਜਿਸ ਘਰ ਵਿੱਚ, ਘੱਟ ਦਾ ਮਤਲਬ ਸਰੀਰ, ਭੰਨ ਕਢਾਈਏ ਦਾ ਮਤਲਬ ਉਹ ਭੱਜਦਾ ਔਰ ਘੜੀਦਾ ਰਹਿੰਦਾ, ਕਦੇ ਭੱਜ ਗਿਆ ਕਦੇ ਕੱਢ ਲਿਆ। ਭੱਜਣ ਦਾ ਮਤਲਬ ਦੌੜਨਾ ਨਹੀਂ, ਭੱਜਣ ਦਾ ਮਤਲਬ ਟੁੱਟਣਾ ਹੁੰਦਾ ਹੈ। ਕਿਉਂਕਿ ਪੰਜਾਬੀ ਦੇ ਵਿੱਚ ਭੱਜਣਾ, ਟੁੱਟਣ ਨੂੰ ਕਹਿੰਦੇ ਨੇ ਕਿ ਕੱਪ ਭੱਜ ਗਿਆ। ਭੱਜ ਗਿਆ ਦਾ ਮਤਲਬ ਇਹ ਨਹੀਂ ਕਿ ਰਸੋਈ ਚੋਂ ਨਿਕਲ ਕੇ ਬਾਹਰ ਦੌੜ ਗਿਆ ਤੇ ਹੁਣ ਰੇਸ ਲਾ ਰਿਹਾ। ਭੱਜ ਗਿਆ ਦਾ ਮਤਲਬ ਟੁੱਟ ਗਿਆ। ਭੱਜਣਾ, ਟੁੱਟਣਾ। ਜਿਸ ਹਿਰਦੇ ਵਿੱਚ ਸੱਚ ਨਹੀਂ ਵਸਿਆ, ਜਿੱਤ ਘੱਟ ਸੱਚ ਨਾ ਪਾਏ। ਜਿਸ ਹਿਰਦੇ ਦੇ ਅੰਦਰ ਸੱਚ ਨਹੀਂ ਪਿਆ, ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ। ਜਿਸ ਹਿਰਦੇ ਦੇ ਅੰਦਰ ਸੱਚ ਨਹੀਂ, ਸੋ ਭੰਨ ਕਢਾਈਏ ਦਾ ਮਤਲਬ ਉਹ ਭੱਜਦਾ ਘੜੀਦਾ ਰਹਿੰਦਾ ਹੈ। ਯਾਨੀ ਉਹ ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ,
कदे किसे पासे कदे किसे पासे, कदे नेगेटिविटी कदे पॉजिटिविटी, कब हूं जीड़ा ऊब चढ़त है, कब हूं जाए प्याले, ऐसी ਉਹਦੀ ਦਸ਼ਾ ਬਣੀ ਰਹਿੰਦੀ ਹੈ। ਉਹ ਆਪਣੇ ਗੋਲ ਦੇ ਉੱਤੇ ਪਲ ਭਰ ਵਾਸਤੇ ਵੀ ਟਿਕਦਾ ਨਹੀਂ, ਇੱਕ ਪਲ ਭਰ ਵਾਸਤੇ ਵੀ ਉਹਦੇ ਅੰਦਰ ਸ਼ਾਂਤੀ ਨਹੀਂ, ਜਿਹਦੇ ਅੰਦਰ ਸੱਚ ਨਹੀਂ ਹੈ ਉਹ ਭੰਨਣ ਘੜਨ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਇਧਰ ਲੁੱਟੀ ਲਾ ਲਈ, ਕਿਸੇ ਨੂੰ ਲੜਾ ਦਿੱਤਾ, ਕਿਸੇ ਦਾ ਹੱਕ ਖਾ ਲਿਆ, ਕਿਤੇ ਜਾ ਕੇ ਚੁਗਲੀ ਕਰ ਆਇਆ, ਜਾਂ ਈਰਖਾ ਦੁਐਸ਼ ਦੇ ਵਿੱਚ ਐਵੇਂ ਹੀ ਭੰਨਣ ਘੜਨ ਦੇ ਅੰਦਰ ਸਾਰੀ ਜ਼ਿੰਦਗੀ ਉਹਦੀ ਭਟਕਣਾ ਦੇ ਵਿੱਚ ਬੀਤ ਜਾਂਦੀ ਹੈ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸੱਚ ਨਹੀਂ ਹੈ, ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ। ਪੂਰੇ ਵੱਟ, ਇਹਨੂੰ ਵੱਟ ਪੜਨਾ ਹੈ, ਵੱਟ ਨਹੀਂ ਪੜਨਾ। ਵੱਟ ਦਾ ਮਤਲਬ ਵੱਟੇ, ਟੈਂਕੇ ਨਾਲ ਸਿਹਾਰੀ ਆਉਣ ਦੇ ਨਾਲ ਇਹਦਾ ਅਰਥ ਬਣ ਗਿਆ ਹੈ ਵੱਟੇ ਨਾਲ। ਪੂਰੇ ਵੱਟ ਦਾ ਮਤਲਬ ਪੂਰੇ ਵੱਟੇ ਨਾਲ। ਤੁਲਾਈਏ ਦਾ ਮਤਲਬ ਤੁਲ ਸਕੇ, ਪੂਰਾ ਉਤਰ ਸਕੇ। ਉਹਨਾਂ ਇੱਕ ਦੁਕਾਨ ਦੇ ਉੱਤੇ ਬੀਬੀ ਗਈ ਤੇ ਕਹਿੰਦੀ ਸ਼ਾਹ ਜੀ ਸਾਨੂੰ ਕਿਲੋ ਖੰਡ ਦਿਓ। ਉਹਨੇ ਕਿਲੋ ਖੰਡ ਦਿੱਤੀ ਤੇ ਕਹਿਣ ਲੱਗਾ ਬੀਬੀ ਸਾਨੂੰ ਨਾ ਦੇਸੀ ਘਿਓ ਚਾਹੀਦਾ ਤੇ ਕਿਲੋ ਦੇਸੀ ਘਿਓ ਘੱਲਿਆ ਜੇ। ਆਪਣਾ ਉਹ ਕਹਿੰਦੇ ਬੱਚਾ ਭੇਜੋ, ਉਹਨੇ ਬੱਚਾ ਭੇਜਿਆ ਤੇ ਉਹ ਬੀਬੀ ਨੇ ਕਿਲੋ ਦੇਸੀ ਘਿਓ ਭੇਜ ਦਿੱਤਾ। ਜਦੋਂ ਕਿਲੋ ਦੇਸੀ ਘਿਓ ਭੇਜਿਆ ਤੇ ਉਹ ਨਿਕਲਿਆ 900 ਗ੍ਰਾਮ। ਤੇ ਸ਼ਾਹੂਕਾਰ ਬੜਾ ਔਖਾ ਵੀ ਇਹ ਤੇ ਬੇਈਮਾਨੀ ਹੈ, ਇੰਨੀ ਠੱਗੀ, ਕਿਲੋ ਦੇ ਪੈਸੇ ਲੈ ਕੇ ਤੇ 900 ਗ੍ਰਾਮ ਦਿੱਤਾ ਹੈ। ਲੋਹਾ ਲਾਖਾ ਹੋ ਕੇ ਉਹ ਬੀਬੀ ਦੇ ਘਰ ਗਿਆ, ਕਹਿਣ ਲੱਗਾ ਬੀਬੀ ਤੂੰ ਘਿਓ ਕਿਲੋ ਦੇ ਪੈਸੇ ਲਏ ਨੇ ਤੇ ਘਿਓ 900 ਗ੍ਰਾਮ, ਇੰਨੀ ਤੂੰ ਬੇਈਮਾਨ, ਇੰਨੀ ਤੂੰ ਝੂਠੀ। ਕਹਿਣ ਲੱਗੀ ਸ਼ਾਹ ਜੀ ਮੈਂ ਤੇ ਕਿਲੋ ਦਿੱਤਾ ਹੈ, ਤੋਲ ਕੇ ਦਿੱਤਾ ਹੈ। ਕਹਿਣ ਲੱਗੀ ਮੈਂ ਤੁਹਾਡੇ ਤੋਂ ਕਿਲੋ ਖੰਡ ਲਿਆਈ ਸਾਂ, ਤੁਸੀਂ ਮੈਨੂੰ ਖੰਡ ਕਿਲੋ ਦਿੱਤੀ ਹੈ ਨਾ। ਕਹਿਣ ਲੱਗਾ ਹਾਂ ਕਿਲੋ ਪੂਰੀ ਦਿੱਤੀ ਹੈ। ਤੇ ਕਹਿੰਦੀ ਆ ਪੈਕਟ ਉਸੇ ਤਰ੍ਹਾਂ ਬੰਦ ਪਿਆ, ਮੈਂ ਇਸ ਪੈਕਟ ਦੇ ਨਾਲ ਹੀ ਘਿਓ ਤੋਲ ਕੇ ਦਿੱਤਾ ਸੀ, ਸਾਡੇ ਘਰ ਵੱਟਾ ਹੈ ਨਹੀਂ ਸੀ ਤੇ ਮੈਂ ਇਸ ਕਿਲੋ ਖੰਡ ਦੇ ਨਾਲ ਹੀ ਘਿਓ ਤੋਲ ਕੇ ਦੇ ਦਿੱਤਾ। ਹੁਣ ਆਪ 900 ਗ੍ਰਾਮ ਦੇ ਰਿਹਾ ਨਾ, ਇਹਨੂੰ ਕਹਿੰਦੇ ਨੇ ਪੂਰਾ ਤੁਲਨਾ। ਆਪ ਕੁਛ ਕਰ ਰਿਹਾ ਹੈ, ਦੂਜੇ ਤੋਂ ਉਮੀਦ ਕੁਛ ਕਰ ਰਿਹਾ ਹੈ। ਤਾਂ ਪੂਰੇ ਵੱਟੇ ਦੇ ਨਾਲ ਪੂਰਾ ਤੁਲਨਾ, ਇਹ ਚੀਜ਼ ਨੂੰ ਥੋੜਾ ਸਮਝਣਾ ਹੈ। ਜੇ ਹੁਣ ਕਿਲੋ ਚੀਜ਼ ਹੈ ਤਾਂ ਕਿਲੋ ਦੇ ਵੱਟੇ ਦੇ ਨਾਲ ਪੂਰੀ ਉਤਰਨੀ ਚਾਹੀਦੀ ਨਾ, ਐਨ ਬਿਲਕੁਲ ਕੰਡਾ ਬਿਲਕੁਲ ਬਰਾਬਰ ਹੋਵੇ, ਉਹਨੂੰ ਕਹਿੰਦੇ ਨੇ ਪੂਰਾ ਤੁਲਨਾ। ਜੇ ਨੀਵਾ ਉੱਚਾ ਹੈ ਤਾਂ ਇਹਦਾ ਮਤਲਬ ਜਾਂ ਉਹ ਘੱਟ ਹੈ ਜਾਂ ਉਹ ਵੱਧ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਜਿਸ ਮਨੁੱਖ ਦੇ ਅੰਦਰ ਸੱਚ ਨਹੀਂ ਵਸਿਆ ਹਿਰਦੇ ਵਿੱਚ, ਜਿਹਦੇ ਅੰਦਰ ਦਇਆ ਨਹੀਂ ਹੈ, ਜਿਹਦੇ ਅੰਦਰ ਕਠੋਰਤਾ ਹੈ, ਉਹ ਸੱਚ ਦੇ ਉੱਤੇ ਪੂਰਾ ਕਿਵੇਂ ਤੁਲ ਜਾਏਗਾ, ਪੂਰਾ ਕਿਵੇਂ ਉਤਰੇਗਾ ਜਿੱਥੇ ਉਹਨੂੰ ਪਰਖੋਗੇ। ਜਿਹਨੂੰ ਬਾਣੀ ਵਿੱਚ ਕਿਹਾ ਨਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੂੰਹ ਲੈ ਕੇ ਜਾਏਗਾ। ਜਿੱਥੇ ਸੱਚ ਦੇ ਉੱਤੇ ਪਰਖਿਆ ਜਾਏਗਾ ਉੱਥੇ ਪੂਰਾ ਕਿਵੇਂ ਉਤਰੇਗਾ। ਉੱਥੇ ਪੂਰਾ ਤਾਂ ਉਹ ਬੰਦਾ ਹੀ ਉਤਰੇਗਾ ਨਾ ਜਿਹੜਾ ਅੰਦਰੋਂ ਬਾਹਰੋਂ ਸੱਚਾ ਹੈ। ਤੇ ਜਿਹਦੇ ਮਨ ਵਚਨ ਕਰਮ ਅੰਦਰ ਸੱਚਾਈ ਨਹੀਂ ਹੈ, ਹੁਣ ਗੰਗੂ ਕਿਵੇਂ ਪੂਰਾ ਉਤਰ ਜਾਏਗਾ ਸੱਚ ਤੇ। ਇੱਕ ਝੂਠਾ ਬੰਦਾ ਸੱਚ ਦੇ ਉੱਤੇ ਪੂਰਾ ਕਿਵੇਂ ਉਤਰ ਜਾਏਗਾ। ਗੱਲਾਂ ਨਾਲ ਬੇਸ਼ੱਕ ਕਹਿੰਦਾ ਫਿਰੇ ਲੇਕਿਨ ਜੋ ਕਰੈਕਟਰਲੈਸ ਹੈ, ਜੇ ਕਿਤੇ ਉਹਨੇ ਚੁਗਲੀ ਕਿਸੇ ਦੀ ਕੀਤੀ ਹੈ, ਕਿਸੇ ਦਾ ਬੇਗਾਨਾ ਹੱਕ ਖਾਦਾ ਹੈ, ਤੇ ਜਦੋਂ ਮੌਕੇ ਤੇ ਫੜਿਆ ਜਾਏਗਾ, ਪੁੱਛਿਆ ਜਾਏਗਾ, ਪੂਰਾ ਕਿਵੇਂ ਉਤਰੇਗਾ, ਨਹੀਂ ਨਾ ਉਤਰੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਭਾਈ ਜਿਸ ਤੇ ਹਿਰਦੇ ਦੇ ਅੰਦਰ ਸੱਚ ਨਹੀਂ ਹੈ, ਉਹਨੂੰ ਸੱਚ ਦੇ ਵੱਟੇ ਦੇ ਉੱਤੇ ਕਿਵੇਂ ਪੂਰਾ ਤੋਲੋਗੇ, ਕਿਵੇਂ ਪੂਰਾ ਉਤਰੇਗਾ ਉਹ। ਤੇ ਜਿਹੜਾ ਸੱਚ ਦੇ ਉੱਤੇ ਪੂਰਾ ਨਹੀਂ ਉਤਰ ਰਿਹਾ, ਉਹ ਰੱਬ ਦੇ ਘਰ ਵਿੱਚ ਪ੍ਰਵੇਸ਼ ਕਿਵੇਂ ਪਾ ਲਵੇਗਾ, ਉਹ ਇਨਸਾਨੀਅਤ ਦੇ ਅੰਦਰ ਪ੍ਰਵੇਸ਼ ਕਿਵੇਂ ਹੋ ਜਾਏਗਾ, ਉਹ ਖੁਦ ਕਿਵੇਂ ਸੁਖੀ ਰਹੇਗਾ ਤੇ ਦੂਜਿਆਂ ਨੂੰ ਕਿਵੇਂ ਸੁਖੀ ਰਹਿਣ ਦੇਵੇਗਾ। ਕੋਏ ਨਾ ਆਖੇ ਘੱਟ ਹਉਮੈ ਜਾਈਏ, ਹੁਣ ਇਹਦਾ ਇਲਾਜ ਦੱਸ ਰਹੇ ਨੇ, ਸੋਲੂਸ਼ਨ ਦੱਸ ਰਹੇ ਨੇ। ਹਉਮੈ ਜਾਈਏ ਦਾ ਮਤਲਬ ਜੇ ਹਉਮੈ ਚਲੀ ਜਾਏ, ਬੰਦਾ ਆਪਣੇ ਅੰਦਰੋਂ ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਨੂੰ ਖਤਮ ਕਰ ਦੇਵੇ, ਹਉਮੈ ਨੂੰ ਮੁਕਾ ਦੇਵੇ, ਆਪਣੀ ਮੱਤ ਨੂੰ ਛੱਡ ਦੇਵੇ, ਸੀਮਤ ਸੋਚ ਨੂੰ ਛੱਡ ਦੇਵੇ, ਸੱਚ ਨੂੰ ਅਪਣਾ ਲਵੇ, ਈਗੋ ਨਾ ਹੋਵੇ, ਤਾਂ ਕੋਈ ਨਾ ਆਖੇ ਘੱਟ, ਫਿਰ ਉਹਨੂੰ ਕੋਈ ਵੀ ਘੱਟ ਨਹੀਂ ਕਵੇਗਾ। ਫਿਰ ਸਾਰੇ ਕਹਿਣਗੇ ਵੀ ਪੂਰਾ ਹੈ, ਸਾਰੇ ਕਹਿਣਗੇ ਵੀ ਇਹ ਇਨਸਾਨ ਹੈ, ਇਹਦੇ ਵਿੱਚ ਕੋਈ ਕਮੀ ਨਹੀਂ, ਇਹਦੇ ਵਿੱਚ ਕੋਈ ਦੋਸ਼ ਨਹੀਂ, ਇਹਦੇ ਵਿੱਚ ਕੋਈ ਘਾਟਾ ਨਹੀਂ ਹੈ। ਉਹਨੂੰ ਸਾਰੇ ਹੀ ਕਹਿਣਗੇ, ਕੋਈ ਨਾ ਆਖੇ ਘੱਟ, ਉਹਨੂੰ ਕੋਈ ਵੀ ਘੱਟ ਨਹੀਂ ਕਵੇਗਾ। ਮੈਂ ਇੱਕ ਆਮ ਮਿਸਾਲ ਆਪ ਦੇ ਸਾਹਮਣੇ ਰੱਖਿਆ ਕਰਦਾ।
ਪੰਜਾਬ ਦੇ ਅੰਦਰ ਮੁੱਖ ਮੰਤਰੀ ਭਾਜਪਾਈਆਂ ਦਾ ਜਾਂ ਅਕਾਲੀਆਂ ਦਾ, ਕਾਂਗਰਸੀਆਂ ਦਾ, ਆਪ ਦਾ, ਕਿਸੇ ਵੀ ਪਾਰਟੀ ਦਾ ਆ ਜਾਏ ਤਾਂ ਕੀ ਕੋਈ ਪੰਜਾਬ ਦਾ ਮੁੱਖ ਮੰਤਰੀ ਭਗਤ ਪੂਰਨ ਸਿੰਘ ਦੇ ਕੱਦ ਨੂੰ 1 ਇੰਚ ਵੀ ਛੋਟਾ ਕਰ ਸਕਦਾ ਹੈ? ਕਿਉਂ ਜੀ? ਨਹੀਂ ਨਾ। ਤੁਹਾਡੇ ਵਿੱਚੋਂ ਕੋਈ ਕਹਿਣਾ ਚਾਹੇਗਾ ਕਿ ਭਗਤ ਪੂਰਨ ਸਿੰਘ ਨੇ ਕੁਝ ਗਲਤ ਕੀਤਾ ਹੈ, ਕਿ ਉਹਦੇ ਵਿੱਚ ਘਾਟਾ ਸੀ, ਕਮੀ ਸੀ? ਨਹੀਂ ਨਾ, ਕਿਉਂਕਿ ਕਮੀ ਹੈ ਹੀ ਨਹੀਂ ਤੇ ਕੀ ਕਹੋਗੇ? ਜਦ ਕਮੀ ਹੈ ਹੀ ਨਹੀਂ ਤਾਂ ਕੀ ਕਮੀ ਕਹੋਗੇ? ਤਾਂ ਜਿਸ ਦੇ ਅੰਦਰੋਂ ਹਉਮੈ ਚਲੀ ਜਾਏ, ਮੈਂ ਮੇਰੀ ਚਲੀ ਜਾਏ, ਈਗੋ ਚਲੀ ਜਾਏ, ਆਪਣੇ ਪਰਾਏ ਦੇ ਵਿਤਕਰੇ ਚਲੇ ਜਾਣ, ਉਹਨੂੰ ਫਿਰ ਕੋਈ ਵੀ ਘੱਟ ਨਹੀਂ ਕਹਿੰਦਾ, ਉਹਨੂੰ ਫਿਰ ਕੋਈ ਵੀ ਗਲਤ ਨਹੀਂ ਕਹਿੰਦਾ, ਉਹਨੂੰ ਸਾਰੇ ਹੀ ਕਹਿੰਦੇ ਨੇ ਮਹਾਨ ਹੈ। ਉਹਦੇ ਵਾਸਤੇ ਹੀ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਕਿਹਾ ਹੈ ਨਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ। ਕਿਉਂ? ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦੇ ਧਿਆਨ ਵਿੱਚ ਹੈ ਹੀ ਇੱਕ। ਤਾਂ ਜੇ ਅਸੀਂ ਵੀ ਪੂਰਾ ਹੋਣਾ ਚਾਹੁੰਦੇ ਆ, ਸਾਨੂੰ ਵੀ ਦੁਨੀਆ ਵਿੱਚ ਮਾਨ ਆਦਰ ਸਤਿਕਾਰ ਮਿਲੇ, ਤਾਂ ਉਹਦੇ ਵਾਸਤੇ ਇੱਕੋ ਹੀ ਇੱਕ ਸਾਧਨ ਹੈ ਕਿ ਹਉਮੈ ਦੂਰ ਹੋ ਜਾਏ, ਹੁਕਮ ਰਜ਼ਾਈ ਚੱਲਣ ਵਾਲੇ ਬਣ ਜਾਈਏ। ਲਈਨ ਖਰੇ ਪਰਖ, ਲਈਨ ਤੇ ਵਿਸਰਾਮ ਲਗਾਣਾ ਹੈ। ਲਈਨ, ਇਹਨੂੰ ਲੈਨ ਨਹੀਂ ਪੜਨਾ, ਕੀੜੀ ਨਾਲ ਬਿਹਾਰੀ ਹੈ। ਲਈਨ, ਇੱਥੇ ਵਿਸਰਾਮ ਲਗਾਣਾ ਹੈ ਥੋੜਾ ਜਿਹਾ। ਲਈਨ ਖਰੇ ਪਰਖ, ਇੱਥੇ ਵਿਸਰਾਮ ਲਗਾਣਾ ਹੈ। ਦਰ ਵੀ ਨਾਈਏ, ਇਹਨੂੰ ਦਰਬੀ ਨਾਈਏ ਨਹੀਂ ਪੜਨਾ, ਦਰ ਵੱਖਰਾ ਹੈ ਸ਼ਬਦ, ਬਿਨਾਈਏ ਵੱਖਰਾ ਹੈ। ਬੀਨਾ ਦਾ ਮਤਲਬ ਹੁੰਦਾ ਹੈ ਸਿਆਣਾ, ਬੀਨਾ ਦਾ ਮਤਲਬ ਹੁੰਦਾ ਹੈ ਸਿਆਣਾ। ਦਰ ਬਿਨਾਈਏ ਦਾ ਮਤਲਬ ਦਰ ਤੇ, ਸਿਆਣੇ ਰੱਬ ਦੇ ਦਰ ਤੇ। ਲਈਨ ਦਾ ਮਤਲਬ ਲੈ ਜਾਂਦੇ ਨੇ, ਪ੍ਰਵਾਨ ਕਰ ਲੈ ਜਾਂਦੇ ਨੇ। ਖਰੇ ਪਰਖ ਦਾ ਮਤਲਬ ਖਰਿਆਂ ਨੂੰ ਪਰਖ ਕੇ ਪ੍ਰਭੂ ਦੇ ਦਰ ਤੇ ਪ੍ਰਵਾਨ ਕਰ ਲਿਆ ਜਾਂਦਾ ਹੈ। ਰੱਬੀ ਦਰ ਤੇ ਪ੍ਰਵਾਨ ਹੁੰਦੇ ਨੇ ਪਰਖ ਕੇ, ਪਰਖ ਤੋਂ ਬਿਨਾ ਨਹੀਂ। ਲਈਨ ਖਰੇ ਪਰਖ, ਜਿਹੜੇ ਖਰੇ ਨੇ ਉਹਨਾਂ ਨੂੰ ਪਰਖ ਕੇ ਰੱਬੀ ਦਰਗਾਹ ਦੇ ਅੰਦਰ ਪ੍ਰਵਾਨ ਕਰ ਲਿਆ ਜਾਂਦਾ ਹੈ। ਔਰ ਇਹ ਦੁਨੀਆ ਦਾ ਅਸੂਲ ਹੈ। ਹੁਣ ਜੇ ਕਰੰਸੀ ਡੁਪਲੀਕੇਟ ਕਰੰਸੀ ਹੋਵੇ ਤੇ ਕੀ ਡੁਪਲੀਕੇਟ ਕਰੰਸੀ ਨੂੰ ਤੁਸੀਂ ਪ੍ਰਵਾਨ ਕਰ ਲੋਗੇ? ਆ ਜਿਹੜੇ ਅਣਜਾਣੇ ਨੋਟਾਂ ਨਾਲ ਖੇਡਦੇ ਫਿਰਦੇ ਨੇ, ਡਾਲਰਾਂ ਦੀਆਂ ਗੱਡੀਆਂ ਲਈ ਫਿਰਦੇ ਨੇ, ਜਾਂ ਪਾਉਂਡ ਜਾਂ ਰੁਪਈਏ ਲਈ ਫਿਰਦੇ ਨੇ, ਕੀ ਉਹਨਾਂ ਦੇ ਨਾਲ ਬਾਜ਼ਾਰ ਚੋਂ ਸੌਦਾ ਮਿਲ ਸਕਦਾ ਹੈ? ਬਿਲਕੁਲ ਵੀ ਨਾ। ਤੁਹਾਨੂੰ ਕੋਈ ਬੱਚਾ ਕਵੇ ਵੀ 100 ਪਾਉਂਡ ਲੈ ਲਓ ਮੇਰੇ ਕੋਲੋਂ, 50 ਦੇ 2 ਨੋਟ ਲੈ ਲਓ ਪਾਉਂਡਾਂ ਦੇ, ਤੇ ਮੈਨੂੰ 5 ਪਾਉਂਡ ਦੇ ਦਿਓ। ਹੁਣ 100 ਦੇ ਬਦਲੇ 5, ਲੇਕਿਨ ਡੁਪਲੀਕੇਟ ਹੋਣ ਤੱਕ ਹੀ ਦੇ ਦਿਓਗੇ? ਨਹੀਂ ਨਾ। ਖਰਿਆਂ ਨੂੰ ਤੇ ਹਰ ਥਾਂ ਤੇ ਪਰਖ, ਖਰੀ ਕਰੰਸੀ ਹੀ ਖਜ਼ਾਨੇ ਦੇ ਵਿੱਚ ਪਾਈ ਜਾਂਦੀ ਹੈ। ਤੇ ਜੇ ਅਸੀਂ 1 ਰੁਪਈਆ, 1 ਪਾਉਂਡ, 1 ਡਾਲਰ ਜਿਹੜਾ ਨਕਲੀ ਹੈ, ਜੇ ਅਸੀਂ ਉਹਨੂੰ ਲੈ ਕੇ ਰਾਜੀ ਨਹੀਂ, ਤੇ ਰੱਬ ਇਹਨਾਂ ਕਮਲਾ ਥੋੜਾ ਵੀ ਨਕਲੀਆਂ ਨੋਟਾਂ ਦੇ ਨਾਲ ਆਪਣੇ ਖਜ਼ਾਨੇ ਭਰੀ ਜਾਏ। ਯਾਨੀ ਖਰੇ ਹੀ ਖਜ਼ਾਨੇ ਵਿੱਚ ਪੈਂਦੇ ਨੇ। ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀਆਂ ਬਾਹਰ ਵਾਰ। ਤੇ ਪਰਖ ਕਾਦੇ ਤੇ ਹੋਣੀ ਹੈ? ਸੱਚ ਦੇ ਬੇਸ ਦੇ ਉੱਤੇ ਪਰਖ ਹੋਣੀ ਹੈ। ਤੇ ਪਰਖ ਅਸੀਂ ਕਿੰਨੇ ਕਰਨੀ ਹੈ? ਅਸੀਂ ਆਪਣੀ ਪਰਖ ਆਪ ਕਰ ਸਕਦੇ ਹਾਂ। ਮੈਂ ਆਪਣੇ ਆਪ ਤੋਂ ਪੁੱਛਾਂ ਕਿ ਜੋ ਮੈਂ ਤੁਹਾਡੇ ਨਾਲ ਵਿਚਾਰਾਂ ਕਰ ਰਿਹਾ ਹਾਂ, ਕਿ ਮੈਂ ਇਹਨਾਂ ਵਿਚਾਰਾਂ ਤੇ ਪੂਰਾ ਉਤਰਦਾ ਹਾਂ? ਮੈਂ ਮਨ ਬਚਨ ਕਰਮ ਕਰਕੇ ਇਹਨਾਂ ਚੀਜ਼ਾਂ ਦਾ ਧਾਰਨੀ ਹਾਂ? ਜੇ ਤੇ ਅੰਦਰੋਂ ਆਵਾਜ਼ ਆ ਜਾਏ ਨਾ ਇਮਾਨਦਾਰੀ ਨਾਲ ਕਿ ਹਾਂ ਠੀਕ ਹੈ, ਫਿਰ ਤਾਂ ਮੈਂ ਪ੍ਰਵਾਨ ਆ ਰੱਬੀ ਦਰ ਤੇ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਕਿ ਇਹਨਾਂ ਦੇ ਵਿੱਚੋਂ ਕੰਮ ਤੇ ਤੂੰ ਇੱਕ ਵੀ ਨਹੀਂ ਕਰਦਾ ਜੋ ਕਲਾਸ ਵਾਲੇ ਨਾਲ ਸਾਂਝੇ ਕਰਨ ਦਾ ਹੈ, ਤੇ ਕੰਮ ਤੇਰੇ ਸਾਰੇ ਪੁੱਠੇ ਨੇ, ਤਾਂ ਫਿਰ ਪਰਖ ਤੇ ਖਰਾ ਨਹੀਂ ਨਾ ਉਤਰਿਆ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਖਰੇ ਨੇ ਉਹਨਾਂ ਨੂੰ ਪ੍ਰਭੂ ਦਰ ਤੇ ਪ੍ਰਵਾਨਗੀ ਮਿਲਦੀ ਹੈ। ਇਹ ਨਹੀਂ ਕਿ ਵਰਤਨ ਰਾਤੇ ਰੱਖ ਕੇ, ਸਰਾਧ ਕਰਕੇ, ਤੀਰਥਾਂ ਤੇ ਨਹਾ ਕੇ, ਮਲਕ ਭਾਗੋ ਦੀ ਤਰ੍ਹਾਂ ਲੰਗਰ ਲਾ ਕੇ ਪ੍ਰਵਾਨ ਰੱਬ ਦੇ ਦਰ ਤੇ ਨਹੀਂ ਹੋਇਆ ਜਾਂਦਾ। ਉੱਥੇ ਖਰੇ ਹੋਣਾ ਪਵੇਗਾ। ਸੌਦਾ ਇਕਤ ਹੱਟ ਪੂਰੇ ਗੁਰ ਪਾਈਐ। ਗੁਰ ਦਾ ਮਤਲਬ ਗੁਰੂ ਰਾਹੀਂ। ਤੇ ਇਹ ਜਿਹੜਾ ਸੱਚ ਦਾ ਸੌਦਾ ਹੈ ਨਾ, ਇਹ ਕਿੱਥੋਂ ਮਿਲੇਗਾ? ਹੁਣ ਇਹ ਚੀਜ਼ਾਂ ਤਾਂ ਸਮਝ ਆ ਗਈਆਂ ਕਿ ਜਿਹੜਾ ਖਰਾ ਬੰਦਾ ਹੈ, ਸਚਿਆਰ ਬੰਦਾ ਹੈ, ਉਹ ਬੰਦਾ ਹੀ ਪ੍ਰਵਾਨ ਹੋਏਗਾ। ਤੇ ਹੁਣ ਸਵਾਲ ਇਹ ਹੁੰਦਾ ਹੈ ਕਿ ਜਿਹੜਾ ਖਰਾ ਸੌਦਾ ਹੈ ਇਹ ਮਿਲੇ ਕਿੱਥੋਂ? ਇਹ ਖਰਾ ਸੌਦਾ ਮਿਲੇ ਕਿੱਥੋਂ? ਯਾਨੀ ਖਰੇ ਹੋਣ ਦਾ ਜੋ ਵੇ ਆਫ ਲਾਈਫ ਹੈ ਉਹ ਕਿੱਥੋਂ ਮਿਲੇ? ਸੱਚੇ ਹੋਣ ਦਾ ਜਿਹੜਾ ਰਾਹ ਹੈ ਉਹ ਕਿੱਥੋਂ ਮਿਲੇ?
ਤਾਂ ਗੁਰੂ ਜੀ ਕਹਿੰਦੇ ਨੇ ਸੌਦਾ ਇਕਤ ਹੱਟ ਪੂਰੇ ਗੁਰ ਪਾਈਐ। ਇਹ ਸੌਦਾ, ਜਿਹੜੇ ਸੌਦੇ ਰਾਹੀਂ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਈਦਾ ਨਾ, ਇੱਕੋ ਹੱਟੀ ਤੋਂ ਮਿਲਦਾ ਹੈ। ਉਹ ਇੱਕ ਹੀ ਹੱਟੀ ਹੈ, ਇੱਕ ਹੀ ਦੁਕਾਨ ਹੈ, ਤੇ ਉਹ ਕਿਹੜੀ ਹੈ? ਪੂਰੇ ਗੁਰੂ ਦੀ ਦੁਕਾਨ, ਪੂਰੇ ਗੁਰੂ ਦਾ ਘਰ, ਪੂਰੇ ਗੁਰੂ ਦਾ ਦਰ, ਪੂਰੇ ਗੁਰੂ ਦੀ ਸਿੱਖਿਆ, ਪੂਰੇ ਗੁਰੂ ਦੀ ਵਿਚਾਰਧਾਰਾ, ਫਿਲਾਸਫੀ, ਵੇ ਆਫ ਲਾਈਫ, ਗੁਰੂ ਦੇ ਸਿਧਾਂਤ, ਕੋਈ ਵੀ ਸ਼ਬਦ ਵਰਤ ਲਓ, ਇਹ ਜਿਹੜਾ ਸੌਦਾ ਹੈ ਨਾ, ਪੂਰੇ ਗੁਰੂ ਤੋਂ ਮਿਲਦਾ ਹੈ। ਇਹ ਵੇ ਆਫ ਲਾਈਫ, ਜੀਵਨ ਦਾ ਢੰਗ ਗੁਰੂ ਤੋਂ ਮਿਲੇਗਾ, ਹੋਰ ਕਿਤੋਂ ਨਹੀਂ। ਹਰ ਇਨਸਾਨ ਨੇ ਰੱਬ ਦੇ ਵਿੱਚ ਮਿਲ ਕੇ ਰੱਬ ਵਰਗੇ ਹੋ ਜਾਣਾ ਸੀ, ਹੁਣ ਵੀ ਹੋ ਸਕਦਾ ਹੈ ਜੇ ਉਹ ਸਹੀ ਟਿਕਾਣੇ ਤੇ ਪਹੁੰਚ ਜਾਏ। ਪਹੁੰਚਣਾ ਸੀ ਗੁਰੂ ਦੇ ਦਰ ਤੇ। ਗੁਰੂ ਦੀ ਬਾਣੀ ਹਰ ਸਿੱਖ ਨੇ ਆਪ ਪੜ੍ਹਨੀ ਸੀ, ਆਪ ਵਿਚਾਰਨੀ ਸੀ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਸੀ। ਪਰ ਅਸੀਂ ਗੁਰੂ ਦੇ ਦਰ ਨੂੰ ਛੱਡ ਕੇ ਹੋਰ ਹੱਟੀਆਂ ਤੇ ਚਲੇ ਗਏ। ਫਲਾਂ ਪ੍ਰਚਾਰਕ ਇਹ ਕਹਿੰਦਾ ਹੈ, ਫਲਾਂ ਬਾਬਾ ਇਹ ਕਹਿੰਦਾ ਹੈ, ਉਹਨਾਂ ਦੀ ਇਹ ਮਰਿਆਦਾ ਹੈ, ਫਲਾਂ ਪੀਰ ਇਹ ਕਹਿ ਰਿਹਾ ਹੈ, ਫਲਾਂ ਜੋਤਸ਼ੀ ਇਹ ਕਹਿ ਰਿਹਾ ਹੈ। ਅਸੀਂ ਤੇ ਹੱਟੀਆਂ ਹੀ ਉਹਨਾਂ ਤੇ ਤੁਰੇ ਫਿਰਦੇ ਹਾਂ ਜਿੱਥੇ ਸੌਦਾ ਹੀ ਹੈ ਨਹੀਂ। ਅਸੀਂ ਲੈਣਾ ਚਾਹੁੰਦੇ ਹਾਂ ਸਰੀਆ, ਦੁਕਾਨ ਆਪਣੇ ਮਕਾਨ ਤੇ ਪਾਣਾ ਲੈਂਟਰ, ਤੇ ਚਾਹੀਦਾ ਹੈ ਲੈਂਟਰ ਪਾਉਣ ਲਈ ਸਰੀਆ, ਤੇ ਲਗੇ ਫਿਰਦੇ ਹਾਂ ਅਸੀਂ ਮੁਨਿਆਰੀ ਦੀ ਦੁਕਾਨ ਤੇ ਕਿ ਸਾਨੂੰ ਸਰੀਆ ਦਿਓ। ਹੁਣ ਚੂੜੀਆਂ ਮੁਨਿਆਰੀ ਦੀ ਦੁਕਾਨ ਤੇ ਸਰੀਆ ਕਿੱਥੋਂ ਮਿਲੇ? ਉਹ ਕਹਿੰਦਾ ਮੇਰੇ ਕੋਲ ਹੈ ਨਹੀਂ। ਫਿਰ ਅਸੀਂ ਕੱਪੜਿਆਂ ਦੀ ਦੁਕਾਨ ਤੇ ਪਹੁੰਚ ਜਾਂਦੇ ਹਾਂ ਵੀ ਸਾਨੂੰ 10 ਕੁਇੰਟਲ ਸਰੀਆ ਚਾਹੀਦਾ। ਉਹ ਕਹਿੰਦਾ ਮੇਰੇ ਕੋਲ ਤੇ ਸਰੀਆ ਹੈ ਨਹੀਂ। ਫਿਰ ਅਸੀਂ ਤਰਲੇ ਕਰਨੇ ਆ, ਯਾਰ ਦੇ ਦੇ, ਥੋੜਾ ਦੇ ਦੇ, ਪੈਸੇ ਜ਼ਿਆਦਾ ਲੈ ਲੈ। ਉਹ ਕਹਿੰਦਾ ਮੇਰੇ ਕੋਲ ਸਰੀਆ ਹੈ ਹੀ ਨਹੀਂ। ਉੱਥੋਂ ਅਸੀਂ ਨਿਕਲਦੇ ਹਾਂ ਸਬਜ਼ੀ ਵਾਲੀ ਦੁਕਾਨ ਤੇ ਜਾ ਵੜਦੇ ਹਾਂ ਜਿੱਥੇ ਗੋਭੀ ਤੇ ਆਲੂ ਪਏ ਨੇ। ਉਹਨੂੰ ਕਹਿੰਦੇ ਵੀ ਸਾਨੂੰ ਸਰੀਆ 10 ਕੁਇੰਟਲ। ਸਰੀਏ ਵਾਲੀ ਦੁਕਾਨ ਤੇ ਜਾਓਗੇ ਤੇ ਮਿਲੇਗਾ ਨਾ, ਜਿੱਥੇ ਚੀਜ਼ ਹੈ ਹੀ ਨਹੀਂ ਉੱਥੋਂ ਮਿਲਣਾ ਹੀ ਨਹੀਂ। ਗੁਰੂ ਜੀ ਕਹਿੰਦੇ ਨੇ ਸੱਚ ਦਾ ਸੌਦਾ ਹੈ ਹੀ ਗੁਰੂ ਦੇ ਦਰ ਤੇ, ਹੋਰ ਕਿਤੇ ਹੈ ਹੀ ਨਹੀਂ। ਕਰਮ ਕਾਂਡਾਂ ਵਿੱਚ ਹੈ ਨਹੀਂ। ਨਾ ਇਹ ਸੱਚ ਦਾ ਸੌਦਾ ਤੀਰਥਾਂ ਤੇ ਵੇ, ਨਾ ਵਰਤਾਂ ਵਿੱਚ, ਨਾ ਨਰਾਤਿਆਂ ਵਿੱਚ, ਨਾ ਸਮਾਧੀਆਂ ਵਿੱਚ, ਨਾ ਪਹਾੜਾਂ ਵਿੱਚ, ਨਾ ਜੰਗਲਾਂ ਵਿੱਚ, ਨਾ ਵਿਖਾਵੇ ਦੀ ਪਾਠ ਪੂਜਾ ਵਿੱਚ। ਸੌਦਾ ਹੈ ਹੀ ਨਹੀਂ। ਸੌਦਾ ਗੁਰੂ ਦੇ ਦਰ ਤੇ, ਯਾਨੀ ਗੁਰੂ ਦੀ ਮੱਤ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ ਅਪਨਾਉਣ ਦੇ ਨਾਲ ਰੱਬ ਦੇ ਦਰ ਤੇ ਪ੍ਰਵਾਨ ਹੋਈਦਾ। ਅਗਲੇ ਸ਼ਲੋਕ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਬਚਨ ਕਰਦੇ ਨੇ, 8ਵੀਂ ਪਹਿਰੀ 8 ਖੰਡ 9ਵਾਂ ਖੰਡ ਸ਼ਰੀਰ। ਧਰਤੀ ਦੇ 8 ਖੰਡ ਮੰਨੇ ਗਏ ਨੇ, ਧਰਤੀ ਦੇ 8 ਖੰਡ ਮੰਨੇ ਗਏ ਨੇ। ਤੇ ਗੁਰੂ ਜੀ ਕਹਿੰਦੇ ਨੇ ਵੀ ਜੇ ਧਰਤੀ ਦੇ 8 ਖੰਡ ਆਖ ਲਈਏ ਤੇ ਨਾਲ ਕਹਿੰਦੇ ਨੇ ਕਿ ਜਿਹੜਾ 9ਵਾਂ ਖੰਡ ਹੈ ਜੇਕਰ ਸਰੀਰ ਨੂੰ ਮੰਨ ਲਈਏ, ਸਾਰੀ ਰਚਨਾ ਨੂੰ 2 ਹਿੱਸਿਆਂ ਵਿੱਚ ਵੰਡਿਆ ਹੈ ਜੋ ਖੰਡ ਆਖੀਦੇ ਨੇ। ਇੱਥੇ ਗੁਰੂ ਸਰੀਰ ਨੂੰ 1 ਖੰਡ ਤੇ ਬਾਕੀ ਰਚਨਾ ਨੂੰ 8 ਖੰਡ ਆਖਿਆ ਹੈ। ਇੱਥੇ 8 ਪਹਿਰ ਬਾਹਰ ਭਾਲਦੇ ਨੇ, ਪਰ ਜੋ 9ਵਾਂ ਖੰਡ ਸਰੀਰ ਹੈ ਉਹਦੀ ਭਾਲ ਕਰਨੀ ਹੈ। ਇੱਥੇ 8 ਖੰਡਾਂ ਦਾ ਮਤਲਬ ਹੈ ਸਾਰੀ ਸ੍ਰਿਸ਼ਟੀ, ਤੇ 9ਵਾਂ ਖੰਡ ਸਰੀਰ 2 ਹਿੱਸਿਆਂ ਵਿੱਚ ਵੰਡ ਰਹੇ ਨੇ, ਇੱਕ ਤੇ ਸਾਰੀ ਸ੍ਰਿਸ਼ਟੀ ਤੇ ਇੱਕ ਸਾਡਾ ਆਪਣਾ ਸਰੀਰ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪਾਸੇ ਸਾਰੀ ਸ੍ਰਿਸ਼ਟੀ ਹੈ ਤੇ ਦੂਜੇ ਪਾਸੇ ਸਾਡਾ ਜਿਹੜਾ 9ਵਾਂ ਖੰਡ ਹੈ ਉਹ ਸਰੀਰ ਹੈ। ਤੇ ਇੱਥੇ 2 ਤਰ੍ਹਾਂ ਦੇ ਲੋਕ ਨੇ। ਕੁਝ ਲੋਕ ਤੇ ਸ੍ਰਿਸ਼ਟੀ ਵਿੱਚ ਭਾਲ ਰਹੇ ਨੇ ਸੱਚ ਨੂੰ, ਰੱਬ ਨੂੰ, ਜੰਗਲਾਂ ਵਿੱਚ ਫਿਰ ਰਹੇ ਨੇ, ਪਹਾੜਾਂ ਤੇ ਜਾ ਚੜੇ ਨੇ, ਕੰਦਰਾਂ ਵਿੱਚ ਵੜ ਗਏ ਨੇ, ਗੁਫਾਵਾਂ ਵਿੱਚ ਵੜ ਗਏ ਨੇ, ਭੋਰੇ ਬਣਾ ਲਏ, ਡੇਰੇ ਬਣਾ ਲਏ, ਉਲਟੇ ਸਿੱਧੇ ਲਟਕਦੇ ਤੀਰਥਾਂ ਤੇ ਨਹਾਉਂਦੇ ਫਿਰਦੇ ਨੇ। ਇੱਕ ਤੇ ਸ੍ਰਿਸ਼ਟੀ ਨੂੰ ਭਾਲ ਰਹੇ ਨੇ ਤੇ ਦੂਜੇ ਉਹ ਨੇ ਜੋ ਸਰੀਰ ਨੂੰ ਭਾਲ ਰਹੇ ਨੇ। 8ਵੀਂ ਪਹਿਰੀ 8 ਖੰਡ ਕਿ 8 ਪਹਿਰ ਹੀ ਲੋਕ ਸ੍ਰਿਸ਼ਟੀ ਵਿੱਚ ਭਾਲ ਰਹੇ ਨੇ। 9ਵਾਂ ਖੰਡ ਸਰੀਰ, ਲੇਕਿਨ ਇੱਕ ਜਿਹੜਾ ਹੈ ਉਹ 9ਵਾਂ ਖੰਡ ਸਰੀਰ ਹੈ। ਤਿਸ ਵਿੱਚ ਨੌਨਿਧ ਨਾਮ ਏਕ ਭਾਲ ਹੈ ਗੁਣੀ ਗਹੀਰ। ਗੁਣੀ ਗਹੀਰ ਦਾ ਮਤਲਬ ਗੁਣਾ ਕਰਕੇ ਗਹਿਰਾ, ਪ੍ਰਭੂ ਅਥਾ ਗੁਣਾ ਵਾਲੇ ਪ੍ਰਭੂ ਨੂੰ। ਗੁਣੀ ਗਹੀਰ ਦਾ ਮਤਲਬ ਗੁਣਾ ਦਾ ਮਾਲਕ ਜੋ ਪ੍ਰਭੂ ਹੈ ਉਹ ਇਹ ਸਰੀਰ ਦੇ ਅੰਦਰ ਹੈ। ਨੌਨਿਧ ਦਾ ਮਤਲਬ ਗੁਣਾ ਦਾ ਖਜ਼ਾਨਾ, ਇਹ ਸਰੀਰ ਦੇ ਅੰਦਰ ਭਾਲਦੇ ਨੇ। ਬਾਹਰ ਨਹੀਂ, ਉਹਨੂੰ ਅਸੀਂ ਆਪਣੇ ਅੰਦਰੋਂ ਭਾਲਣਾ ਹੈ ਜੋ ਗੁਣਾ ਦਾ ਖਜ਼ਾਨਾ ਹੈ, ਰੱਬ ਹੈ, ਸੁਖ ਹੈ, ਸ਼ਾਂਤੀ ਹੈ, ਆਨੰਦ ਹੈ, ਖੇੜਾ ਹੈ।
ਪ੍ਰਸੰਨਤਾ ਹੈ ਉਹ ਮੇਰੇ ਅੰਦਰ ਹੈ, ਉਹ ਤੁਹਾਡੇ ਅੰਦਰ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਮੇਰੇ ਅੰਦਰ ਨੇ ਖੁਸ਼ੀਆਂ, ਮੇਰੇ ਅੰਦਰ ਨੇ ਗੁਣ। ਜਿਵੇਂ ਹੁਣ ਇੱਕ ਮਿਰਗ ਬਾਹਰ ਵੇਖੇ ਕਸਤੂਰੀ ਤਾਂ ਬਾਹਰ ਨਹੀਂ, ਕਸਤੂਰੀ ਉਹਦੇ ਅੰਦਰ ਹੈ। ਇਸ ਲਈ ਸੁੱਖ ਮੇਰੇ ਅੰਦਰੋਂ ਪੈਦਾ ਹੋਣੇ ਨੇ, ਔਰ ਮੇਰੇ ਅੰਦਰ ਸੁੱਖਾਂ ਦਾ ਭੰਡਾਰ ਭਰਿਆ ਪਿਆ ਹੈ, ਝਰਨੇ ਚੱਲ ਰਹੇ ਨੇ। ਤੇ ਉਹ ਕੀ ਨੇ, ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪਿਆਰ, ਮੁਹੱਬਤ, ਵਿਸ਼ਵਾਸ ਆਦਿ। ਇਹ ਸਾਰੇ ਗੁਣ ਮੇਰੇ ਅੰਦਰ ਹੈ ਨੇ, ਤੁਹਾਡੇ ਅੰਦਰ ਵੀ ਹੈ ਨੇ। ਅਸੀਂ ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਲੱਭਣਾ ਸੀ, ਇਹਨਾਂ ਗੁਣਾਂ ਨੂੰ ਖੋਜਣਾ ਸੀ, ਇਹਨਾਂ ਗੁਣਾਂ ਦੇ ਨਾਲ ਜੁੜਨਾ ਸੀ। ਤੇ ਗੁਣਾਂ ਦਾ ਖਜ਼ਾਨਾ ਹੀ ਰੱਬ ਹੈ। ਗੁਣ ਨਿਧਾਨ ਭਗਤਨ ਕੋ ਵਰਤਨ। ਤਾਂ ਜਿਹੜੇ ਕੁਝ ਲੋਕ ਨੇ, ਸਿਆਣੇ ਨੇ, ਉਸ ਗੁਣੀ ਗਹੀਰ ਮਾਲਕ ਨੂੰ ਆਪਣੇ ਇਹ ਸਰੀਰ ਦੇ ਅੰਦਰ ਪਾਲਦੇ ਨੇ, ਮੈਂਟੈਲਿਟੀ ਅੰਦਰ, ਸੋਚ ਦੇ ਅੰਦਰ। ਸੈਲਫ ਐਨਾਲਿਸਿਸ ਕਰੋ, ਆਪਣੀ ਸੋਚ ਵੇਖੋ, ਮੈਂਟੈਲਿਟੀ ਕੈਸੀ ਹੈ, ਸੋਚ ਵਿੱਚ ਕੀ ਹੈ। ਕਰਮਵੰਤੀ ਸਾਲਾਹਿਆ, ਨਾਨਕ ਕਰ ਗੁਰ ਪੀਰ। ਕਰਮਵੰਤੀ, ਇੱਥੇ ਬਿੰਦੀ ਲਾ ਕੇ ਪੜਨਾ ਹੈ, ਕਰਮਵੰਤੀ। ਕਰਮਵੰਤੀ ਦਾ ਮਤਲਬ ਭਾਗਾਂ ਵਾਲਿਆਂ ਨੇ, ਕਰ ਦਾ ਮਤਲਬ ਕਰਕੇ, ਧਾਰਨ ਕਰਕੇ। ਕੋਈ ਵਿਰਲੇ ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ ਪ੍ਰਭੂ ਮਿਲਾਪ ਦਾ ਉਪਰਾਲਾ ਕਰਦੇ ਨੇ, ਸਿਫਤ ਸਲਾਹ ਕਰਦੇ ਨੇ। ਨਾਨਕ ਕਰ ਗੁਰ ਪੀਰ ਦਾ ਮਤਲਬ ਜੋ ਗੁਰੂ ਹੈ ਉਹਨੂੰ ਕਰਕੇ, ਸਹਾਰਾ ਬਣਾ ਕੇ, ਗੁਰੂ ਵਾਲੇ ਹੋ ਕੇ, ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਕੁਛ ਭਾਗਾਂ ਵਾਲੇ ਲੋਕ। ਯਾਨੀ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਭਾਗਾਂ ਵਾਲੇ ਹੋਈਏ, ਸਾਡਾ ਜੀਵਨ ਮੁਕੰਮਲ ਹੋਵੇ, ਅਸੀਂ ਪ੍ਰਭੂ ਦੇ ਅੰਦਰ ਸਮਾ ਜਾਈਏ, ਤਾਂ ਉਹਦੇ ਵਾਸਤੇ ਇੱਕ ਹੀ ਸਾਧਨ ਹੈ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਨੀ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣਾ, ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋ ਜਾਣਾ। ਹੁਣ ਜੋ ਮਨ, ਬਚਨ ਔਰ ਕਰਮ ਕਰਕੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇਗਾ, ਉਹ ਰੱਬ ਦਾ ਹੀ ਰੂਪ ਹੋ ਜਾਏਗਾ। ਸਿੰਪਲ ਗੱਲ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਜੋ ਗੁਰੂ ਦੀ ਬਾਣੀ ਹੈ, ਸਤ ਸਰੂਪ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ, ਰੱਬ ਦਾ ਰੂਪ ਹੈ। ਸਾਨੂੰ ਬਾਣੀ ਵਰਗੇ ਬਣਨਾ ਚਾਹੀਦਾ ਹੈ। ਤਾਂ ਕੁਝ ਵਿਰਲੇ ਇਨਸਾਨ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਚੌਥੇ ਪਹਿਰ ਸ਼ਬਾਹ ਕੈ ਸੁਰਤਿਆਂ ਉਪਜੈ ਚਾਓ। ਚੌਥੇ ਪਹਿਰ ਸਬਾਹ ਕੈ, ਸਬਾਹ ਦਾ ਮਤਲਬ ਸੁਬਾ, ਸੁਰਤਿਆਂ ਦਾ ਮਤਲਬ ਜੋ ਸੁਰਤ ਵਾਲੇ ਨੇ, ਜਿਨ੍ਹਾਂ ਦੇ ਅੰਦਰ ਗਿਆਨ ਹੈ। ਚੌਥੇ ਪਹਿਰ ਦਾ ਮਤਲਬ ਸਵੇਰੇ, ਕਿਉਂਕਿ ਸਵੇਰੇ ਜਾਗਦੇ ਆ। ਚੌਥਾ ਪਹਿਰ ਜਿਹੜਾ ਹੈ ਰਾਤ ਦਾ ਲਾਸਟ ਪਹਿਰ ਹੈ। ਇਸ ਲਾਸਟ ਪਹਿਰ ਦੇ ਅੰਦਰ ਹੀ ਇਨਸਾਨਾਂ ਨੇ ਜਾਗਣਾ ਹੁੰਦਾ ਹੈ। ਤੇ ਜਿਹੜੇ ਸੁਰਤ ਵਾਲੇ ਨੇ, ਜਿਨ੍ਹਾਂ ਦੀ ਸੁਰਤ ਉੱਚੀ ਹੈ, ਉਹਨਾਂ ਦੇ ਮਨ ਦੇ ਅੰਦਰ ਚਾਅ ਪੈਦਾ ਹੁੰਦਾ ਹੈ, ਉਹਨਾਂ ਦੇ ਜੀਵਨ ਵਿੱਚ ਚੜ੍ਹਦੀ ਕਲਾ ਹੈ। ਹਰ ਰੋਜ਼ ਜਦੋਂ ਉੱਠਦੇ ਨੇ ਉਹ ਚੜ੍ਹਦੀ ਕਲਾ ਵਿੱਚ ਉੱਠਦੇ ਨੇ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਸਾਡੇ ਜੋ 5 ਮਿੰਟ ਨੇ ਨਾ ਜਾਗਣ ਤੋਂ ਬਾਅਦ ਔਰ ਸੌਣ ਤੋਂ ਪਹਿਲਾਂ, ਇਹ 5 ਮਿੰਟ ਬਹੁਤ ਕੀਮਤੀ ਨੇ, ਜਿਨ੍ਹਾਂ ਨੂੰ ਸਾਈਕੋਲੋਜਿਸਟ, ਸਾਈਕੈਟ੍ਰਿਕ ਡਾਕਟਰ ਲੋਕ ਬਹੁਤ ਕੀਮਤੀ ਮੰਨਦੇ ਨੇ। ਜਾਗਣ ਤੋਂ 5 ਮਿੰਟ ਬਾਅਦ ਵਾਲੇ, ਜਾਗਦਿਆਂ ਸਾਰ 5 ਮਿੰਟ, ਔਰ ਸੌਣ ਤੋਂ 5 ਮਿੰਟ ਪਹਿਲਾਂ। ਉਹਦਾ ਰੀਜ਼ਨ ਕੀ ਹੈ? ਜਦੋਂ ਅਸੀਂ ਸੌਂ ਰਹੇ ਹੁੰਦੇ ਆ ਨਾ, ਸੌਣ ਲੱਗਦੇ ਆ, ਤਾਂ ਸਾਡਾ ਕੌਨਸ਼ੀਅਸ ਮਾਈਂਡ ਜਿਹੜਾ ਹੈ ਸੌਂਦਾ ਹੈ, ਲੇਕਿਨ ਸਬ ਕੌਨਸ਼ੀਅਸ ਮਾਈਂਡ ਜਾਗਰਤ ਹੋ ਜਾਂਦਾ ਹੈ। ਤੇ ਜਿਹੜੀ ਚੀਜ਼ ਸਬ ਕੌਨਸ਼ੀਅਸ ਮਾਈਂਡ ਦੇ ਅੰਦਰ ਚਲੀ ਜਾਏ, ਉਹ ਬਿਲਕੁਲ ਪੱਕੀ ਹੋ ਜਾਂਦੀ ਹੈ। ਫਿਰ ਸਬ ਕੌਨਸ਼ੀਅਸ ਮਾਈਂਡ ਨੇ ਹੀ ਸਾਨੂੰ ਸੰਚਾਲਿਤ ਕਰਨਾ ਹੈ। ਇਸ ਕਰਕੇ ਤੁਸੀਂ ਹੈਰਾਨ ਹੋਗੇ ਕਿ ਸੋਹਿਲਾ ਬਾਣੀ ਦਾ ਜੋ ਪਾਠ ਹੈ ਉਹ ਸੌਣ ਲੱਗਿਆਂ ਕਰਨ ਦੀ ਹਿਦਾਇਤ ਹੈ। ਸਵੇਰੇ ਜਪਜੀ ਸਾਹਿਬ ਜਾਂ ਨਿਤਨੇਮ ਦੀ ਬਾਣੀਆਂ ਜੋ ਪੜ੍ਹਨੀਆਂ ਨੇ, ਉਸ ਤੋਂ ਬਾਅਦ ਸ਼ਾਮ ਨੂੰ ਰਹਿਰਾਸ, ਤੇ ਸੌਣ ਲੱਗਿਆ ਸੋਹਿਲਾ। ਤੇ ਸੋਹਿਲੇ ਤੋਂ ਬਾਅਦ ਅਰਦਾਸ ਕਰਨ ਦੀ ਮਰਿਆਦਾ ਨਹੀਂ ਹੈ। ਸੋਹਿਲਾ ਕਰਕੇ ਸੌਂ ਜਾਣਾ, ਕਿਉਂਕਿ ਸੋਹਿਲਾ ਉਦੋਂ ਪੜ੍ਹਨਾ ਜਦੋਂ ਨੀਂਦ ਆ ਰਹੀ ਹੈ, ਔਰ ਉਦੋਂ ਸਾਡਾ ਸਬ ਕੌਨਸ਼ੀਅਸ ਮਾਈਂਡ ਜਾਗਰਤ ਹੈ ਤੇ ਕੌਨਸ਼ੀਅਸ ਮਾਈਂਡ ਸੌਂ ਰਿਹਾ ਹੈ।
ਹੁਣ ਜਦ ਸਾਡੇ ਸਬ ਕੌਨਸ਼ੀਅਸ ਦੇ ਅੰਦਰ ਇਹ ਚੀਜ਼ਾਂ ਚੱਲੀਆਂ ਜਾਣ, ਗगन में थाल रब चंद दीपक, ਤਾਂ ਸਾਨੂੰ ਪੂਰਾ ਬ੍ਰਹਿਮੰਡ ਆਰਤੀ ਕਰਦਾ ਹੋਇਆ ਪ੍ਰਤੀਤ ਹੋਏਗਾ। ਸਾਡੇ ਅੰਦਰ ਇਹ ਭਾਵਨਾ ਚਲੀ ਜਾਏ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਕਿ ਮੈਂ ਕਾਮ ਕ੍ਰੋਧ ਨੂੰ ਖੰਡ ਖੰਡ ਕਰ ਦੇਣਾ ਹੈ ਔਰ ਇਹਨੂੰ ਸ਼ੁਭ ਗੁਣਾ ਦੇ ਨਾਲ ਸਜਾਣਾ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਕਿ ਇਸ ਵਰਤਮਾਨ ਦੇ ਅੰਦਰ ਜੇ ਗੁਣਾ ਦਾ ਲਾਹਾ ਖੱਟ ਕੇ ਚਲੋਗੇ, ਆਗੇ ਵਸਨ ਸੁਹੇਲਾ, ਜੋ ਤੁਹਾਡਾ ਫਿਊਚਰ ਹੋਏਗਾ ਸੁਖ ਵਾਲਾ ਹੋਏਗਾ। ਤਾਂ ਇਸ ਲਈ ਜੋ ਸੌਣ ਤੋਂ 5 ਮਿੰਟ ਪਹਿਲਾਂ ਨੇ, ਉਦੋਂ ਨਿਤਨੇਮ ਜੋ ਪਾਠ ਕਰਦੇ ਨੇ ਉਹ ਤਾਂ ਬਹੁਤ ਵਧੀਆ ਹੈ। ਜਿਹੜੇ ਪਾਠ ਨਹੀਂ ਕਰ ਸਕਦੇ ਤਾਂ ਉਹ ਇਹ ਚੀਜ਼ਾਂ ਪੋਜ਼ਿਟਿਵ ਸੋਚਣ ਕਿ हे ਪ੍ਰਭੂ ਤੇਰਾ ਸ਼ੁਕਰਾਨਾ, ਸਾਰਾ ਦਿਨ ਬੜੇ ਸੁੱਖ ਦੇ ਨਾਲ ਬਤੀਤ ਹੋਇਆ ਹੈ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਚਿਹਰੇ ਤੇ ਨੂਰ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੇਰੀ ਯਾਦਦਾਸ਼ਤ ਬਹੁਤ ਤੇਜ਼ ਹੈ, ਮੈਂ ਇੱਕ ਚੰਗਾ ਇਨਸਾਨ ਹਾਂ, ਮੈਂ ਗੁਰਮਤਿ ਆਸ਼ੇ ਅਨੁਸਾਰ ਚੱਲਣ ਦਾ ਪ੍ਰਣ ਕਰਦਾ ਹਾਂ। ਇਹ ਚੀਜ਼ਾਂ ਆਪਣੇ ਅੰਦਰ ਲੈ ਕੇ ਜਾਓ। ਔਰ ਜਦੋਂ ਸਵੇਰੇ ਉੱਠੋ ਤਾਂ ਉੱਠਦਿਆਂ ਸਾਰ ਪੋਜ਼ਿਟਿਵ, ਉੱਠਦਿਆਂ ਸਾਰ ਮੋਬਾਈਲ ਫੜ ਕੇ, ਹੁਣ ਅਸੀਂ ਕੀ ਕਰ ਰਹੇ ਹਾਂ, ਅੱਖਾਂ ਬੰਦ ਨੇ ਤੇ ਅੱਖਾਂ ਖੁੱਲ ਨਹੀਂ ਰਹੀਆਂ ਤੇ ਮੋਬਾਈਲ ਸਾਡੇ ਸਾਹਮਣੇ, ਮੈਸੇਜ ਕਿਤੇ ਨਹੀਂ ਜਾਣੇ, WhatsApp ਨੇ ਇੱਥੇ ਹੀ ਰਹਿਣਾ, Facebook ਦੇ ਨੋਟੀਫਿਕੇਸ਼ਨ ਇੱਥੇ ਹੀ ਰਹਿਣੇ ਨੇ। ਸਵੇਰੇ ਸਵੇਰੇ ਨੈਗੇਟਿਵ ਨਾ ਦੇਖੋ, ਰਹਿਣ ਦੋ ਮੋਬਾਈਲ ਨੂੰ ਪਿਆ, ਅੱਖਾਂ ਖੁੱਲ ਗਈਆਂ, ਜਾਗ ਗਏ ਨਾ, ਬਿਲਕੁਲ ਰਿਲੈਕਸ ਹੋ ਕੇ ਲੇਟੇ ਰਹੋ। ਔਰ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੋ ਕਿ हे ਪ੍ਰਭੂ ਤੇਰਾ ਸ਼ੁਕਰ, ਤੂੰ ਮੈਨੂੰ ਖੁਸ਼ੀਆਂ ਭਰੀ ਇੱਕ ਹੋਰ ਸਵੇਰ ਬਖਸ਼ੀ ਹੈ। ਫਿਰ ਉਹ ਪੋਜ਼ਿਟਿਵ ਜਿਹੜੀ ਵਰਡਿੰਗ ਹੈ ਉਹ ਰਿਪੀਟ ਕਰੋ, ਉਹ ਤੁਹਾਡੇ ਸਬ ਕੌਨਸ਼ੀਅਸ ਮਾਈਂਡ ਦੇ ਅੰਦਰ ਜਾਏਗੀ। ਸਾਰਾ ਦਿਨ ਚੜ੍ਹਦੀ ਕਲਾ ਵਿੱਚ ਬੀਤੇਗਾ। ਚੜ੍ਹਦੀ ਕਲਾ ਦੇ ਵਿੱਚ ਚੌਥੇ ਪਹਿਰ ਸ਼ਵਾਹ ਕੇ ਸੁਰਤਿਆਂ ਉਪਜੇ ਚਾਓ, ਜੋ ਸੁਰਤ ਵਾਲੇ ਨੇ ਜਦੋਂ ਸਵੇਰੇ ਜਾਗਦੇ ਨੇ ਚੌਥੇ ਪਹਿਰ ਵਿੱਚ, ਉਹਨਾਂ ਦੇ ਅੰਦਰ ਚਾਹ ਪੈਦਾ ਹੁੰਦਾ ਹੈ, ਚੜ੍ਹਦੀ ਕਲਾ ਪੈਦਾ ਹੁੰਦੀ, ਉਹ ਚੜ੍ਹਦੀ ਕਲਾ ਵਿੱਚ ਨੇ, ਪੋਜ਼ਿਟਿਵ ਥਿੰਕਿੰਗ ਹੈ, ਸਕਾਰਾਤਮਕ ਸੋਚ ਹੈ। ਤੇ ਜਿਹੜੇ ਸਾਡੇ ਵਰਗੇ ਨੇ, ਸਵੇਰੇ ਉੱਠਦਿਆਂ ਸਾਰ ਹੀ ਮੁੰਡੇ ਦਾ ਕੱਛਾ ਪਾਟ ਗਿਆ, ਮੱਝ ਪੱਠੇ ਖਾ ਗਈ, ਜਾਂ ਹੋਰ ਮਤਲਬ ਅੱਜ ਮੈਂ ਫਲਾਣੇ ਨੂੰ ਸਬਕ ਸਿਖਾਉਣਾ ਹੈ, ਅੱਜ ਮੈਂ ਇਹ ਕਰਨਾ ਹੈ, ਨੈਗੇਟਿਵਿਟੀ, ਚਾਹ ਹੈ ਹੀ ਨਹੀਂ। ਉੱਠਦਿਆਂ ਸਾਰ ਹੀ ਹਾਏ ਮੇਰੇ ਤੇ ਗੋਡੇ ਦੁਖਦੇ ਨੇ, ਮੇਰੇ ਤੋਂ ਉੱਠਿਆ ਨਹੀਂ ਜਾਂਦਾ, ਮੈਂ ਤੇ ਕਾਮਯਾਬ ਨਹੀਂ ਹੋਣਾ, ਹੁਣ ਸਾਰਾ ਦਿਨ ਕਿਵੇਂ ਲੰਘਣਾ ਹੈ, ਸਿਆਪਾ, ਹੁਣ ਪਰੌਂਠੇ ਵੀ ਪਕਾਣੇ ਪੈਣੇ ਨੇ, ਕੁਛ ਚਾਹ ਨਾਲ ਉੱਠੋ, ਚਾਹ ਹੋਏ, ਚੜ੍ਹਦੀ ਕਲਾ ਹੋਏ, ਸ਼ੁਭ ਗੁਣ ਹੋਣ। ਜਿਹੜੇ ਸੁਰਤ ਵਾਲੇ ਨੇ ਉਹਨਾਂ ਦੇ ਮਨ ਦੇ ਅੰਦਰ ਚਾਹ ਪੈਦਾ ਹੁੰਦਾ ਹੈ, ਸਿਫਤ ਸਲਾਹ ਪੈਦਾ ਹੁੰਦੀ ਹੈ। ਇਹਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ, ਇਹਨੂੰ ਮਨਮੁਖ ਇਕੱਠਾ ਨਹੀਂ ਪੜਨਾ, ਕਿਉਂਕਿ ਮਨ ਦੇ ਨੰਨੇ ਨਾਲ ਸਿਹਾਰੀ ਹੈ, ਮੁਖ ਦੇ ਖੱਖੇ ਨਾਲ ਸਿਹਾਰੀ ਹੈ। ਦਾ ਮਤਲਬ ਮਨ ਵਿੱਚ, ਮੁਖ ਵਿੱਚ, ਇਹ ਦੋਵੇਂ ਵੱਖਰੇ ਸ਼ਬਦ ਨੇ। ਦਰਿਆਵਾਂ ਦਾ ਮਤਲਬ ਦਰਿਆ ਦਿਲ ਇਨਸਾਨ, ਦਰਿਆ ਦਾ ਮਤਲਬ ਦਰਿਆ ਦਿਲ, ਜਿਨ੍ਹਾਂ ਦੇ ਮਨ ਵਿੱਚ ਵੀ ਔਰ ਮੁਖ ਵਿੱਚ ਵੀ ਨਾਮ ਹੈ ਸੱਚਾ। ਉਸ ਵੇਲੇ ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਦੇ ਨਾਲ ਬਣਦੀ ਹੈ ਜਿਨ੍ਹਾਂ ਦੇ ਅੰਦਰ ਪ੍ਰਵਾਹ ਚੱਲ ਰਿਹਾ ਹੈ, ਜਿਨ੍ਹਾਂ ਦੇ ਮਨ ਵਿੱਚ ਵੀ ਔਰ ਜਿਨ੍ਹਾਂ ਦੇ ਮੁਖ ਵਿੱਚ ਵੀ ਸੱਚਾ ਨਾਮ ਹੈ। ਉਹ ਉਹਨਾਂ ਦਰਿਆ ਦਿਲ ਇਨਸਾਨਾਂ ਦੇ ਨਾਲ ਦੋਸਤੀ ਪਾਉਂਦੇ ਨੇ। ਤਾਂ ਅਸੀਂ ਆਪਣੀ ਫਰੈਂਡਸ਼ਿਪ ਕਿਹਦੇ ਨਾਲ ਬਣਾਣੀ ਹੈ? ਜਿਨ੍ਹਾਂ ਦੇ ਮਨ ਵਿੱਚ ਵੀ ਔਰ ਜਿਨ੍ਹਾਂ ਦੇ ਮੁਖ ਵਿੱਚ ਵੀ ਸੱਚਾ ਨਾਮ, ਸੱਚੇ ਰੱਬ ਦੇ ਗੁਣ, ਸੱਚਾ ਰੱਬ ਦਾ ਹੁਕਮ ਹੈ, ਉਹਨਾਂ ਦਰਿਆਵਾਂ ਦੇ ਨਾਲ ਦੋਸਤੀ, ਉਹਨਾਂ ਦੇ ਨਾਲ ਸਾਂਝ, ਉਹਨਾਂ ਦੀ ਸੰਗਤ। ਉੱਥੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਪਸਾਓ। ਹੁਣ ਜਿਨ੍ਹਾਂ ਦੇ ਮਨ ਔਰ ਜਿਨ੍ਹਾਂ ਦੇ ਮੁਖ ਦੇ ਅੰਦਰ ਸੱਚਾ ਨਾਮ ਹੈ, ਸੱਚਾ ਹੁਕਮ ਹੈ, ਔਰ ਜਿਨ੍ਹਾਂ ਦੀ ਸੁਰਤ ਦੇ ਅੰਦਰ ਪੋਜ਼ਿਟਿਵਿਟੀ ਹੈ, ਜਿਹੜੇ ਸਵੇਰੇ ਉੱਠਦਿਆਂ ਹੀ ਪੋਜ਼ਿਟਿਵ ਸੋਚ ਰਹੇ ਨੇ, ਸਕਾਰਾਤਮਕ ਸੋਚ ਹੈ, ਰੱਬੀ ਗੁਣਾਂ ਦੀ ਸੋਚ ਹੈ, ਉੱਥੇ ਅੰਮ੍ਰਿਤ ਵੰਡੀ ਹੈ। ਇਸ ਅਵਸਥਾ ਵਿੱਚ ਅੰਮ੍ਰਿਤ ਵੰਡਿਆ ਜਾ ਰਿਹਾ ਹੈ। ਜਿੱਥੇ ਅਸੀਂ ਸਤਸੰਗ ਕਰ ਰਹੇ ਹਾਂ ਦਰਿਆ ਦਿਲਾਂ ਦੇ ਨਾਲ, ਜਿਨ੍ਹਾਂ ਦੇ ਮਨ ਔਰ ਮੁਖ ਦੇ ਅੰਦਰ ਸੱਚ ਹੈ, ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, ਆਤਮਿਕ ਜੀਵਨ ਦੀ ਗੱਲ ਕੀਤੀ ਜਾਂਦੀ ਹੈ। ਪਸਾਓ ਦਾ ਮਤਲਬ ਬਖਸ਼ਿਸ਼, ਦਾਤ। ਤੇ ਇਹ ਦਾਤ ਜਿਹੜੀ ਹੈ ਮਿਹਰ ਦੇ ਨਾਲ ਮਿਲਦੀ ਹੈ, ਰਹਿਮਤ ਦੇ ਨਾਲ ਮਿਲਦੀ ਹੈ। ਉਹ ਲੋਕ ਰੱਬ ਦੀ ਰਹਿਮਤ ਦੇ ਪਾਤਰ ਬਣਦੇ ਨੇ, ਇਸ ਦਾਤ ਨੂੰ ਪਾਉਂਦੇ ਨੇ। ਕੰਚਨ ਕਾਇਆ ਕਸੀਐ, ਵੰਨੀ ਚੜੇ ਚੜਾਓ। ਚੜਾਓ ਨਹੀਂ ਪੜਨਾ, ਇਹਨੂੰ ਚੜਾਓ, ਪੜਾੜੇ ਥੱਲੇ ਅੱਧਾ ਹਾਹ ਲਾ ਕੇ। ਕੰਚਨ ਕਾਇਆ ਕਸੀਏ, ਕੰਚਨ ਦਾ ਮਤਲਬ ਸੋਨਾ, ਕਸੀਏ ਦਾ ਮਤਲਬ ਕਸ ਲਾਈ ਜਾਂਦੀ ਹੈ, ਪਰਖਿਆ ਜਾਂਦਾ ਹੈ ਕਸਵੱਟੀ ਤੇ ਲਾ ਕੇ। ਵੰਨੀ
ਚੜਾਓ ਚੜੇ ਦਾ ਮਤਲਬ ਸੋਹਣਾ ਰੰਗ ਚੜਦਾ ਹੈ, ਵੰਨੀ ਦਾ ਮਤਲਬ ਸੋਹਣਾ ਰੰਗ ਚੜਦਾ ਹੈ। ਜਿਵੇਂ ਤਾ ਦੇ ਕੇ ਸੋਨੇ ਨੂੰ ਕੱਸ ਲਾਈਦੀ ਹੈ ਔਰ ਸੋਨੇ ਦਾ ਰੰਗ ਬੜਾ ਸੋਹਣਾ ਹੋ ਜਾਂਦਾ, ਵਿੱਚੋਂ ਖੋਟ ਨਿਕਲ ਜਾਂਦਾ ਹੈ, ਐਵੇਂ ਜਦੋਂ ਅਸੀਂ ਸਰੀਰ ਨੂੰ, ਮਨ ਨੂੰ, ਬੁੱਧ ਨੂੰ ਸ਼ੁਭ ਗੁਣਾਂ ਦੀ ਕੱਸ ਲਾਉਂਦੇ ਆ ਨਾ, ਸ਼ੁਭ ਗੁਣਾਂ ਦੀ ਸੋਚ ਅੰਦਰ ਪੈਦਾ ਕਰਦੇ ਆ, ਤਾਂ ਬੜਾ ਸੋਹਣਾ ਰੰਗ ਚੜਦਾ ਹੈ, ਬੜਾ ਸੋਹਣਾ ਪ੍ਰੇਮ ਪੈਦਾ ਹੁੰਦਾ ਹੈ, ਬੜਾ ਸੋਹਣਾ ਉਤਸ਼ਾਹ ਪੈਦਾ ਹੁੰਦਾ ਹੈ, ਬੜਾ ਸੋਹਣਾ ਆਨੰਦ। ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ, ਜਦੋਂ ਸਰਾਫ ਦੀ ਰੱਬ ਦੀ ਨਦਰ ਹੋ ਜਾਂਦੀ ਹੈ ਤਾਂ ਫਿਰ ਮੁੜ ਕੇ ਉਹਨੂੰ ਅੱਗ ਦੇ ਵਿੱਚ ਨਹੀਂ ਪਾਇਆ ਜਾਂਦਾ। ਜਿਵੇਂ ਸੋਨਾ ਇੱਕ ਵਾਰ ਸੁਨਿਆਰੇ ਨੇ ਉਠਾਲੀ ਵਿੱਚ ਪਾਇਆ, ਉਹਦੇ ਵਿੱਚੋਂ ਖੋਟ ਕੱਢ ਦਿੱਤਾ, ਤਾਂ ਮੁੜ ਕੇ ਉਹ ਦੁਬਾਰਾ ਉਹਨੂੰ ਉਹਦੇ ਵਿੱਚ ਨਹੀਂ ਪਾਉਂਦਾ, ਉਹਨੂੰ ਪਤਾ ਇਹਦੇ ਵਿੱਚ ਖੋਟ ਨਹੀਂ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜਿੰਦੇ ਹਾਂ, ਗੁਰੂ ਦੀ ਰਹਿਮਤ ਹੁੰਦੀ ਹੈ, ਗੁਰੂ ਸਾਨੂੰ ਗਿਆਨ ਦੀ ਦਾਤ ਦਿੰਦਾ ਹੈ, ਅਸੀਂ ਪਾਪਾਂ ਵਿਕਾਰਾਂ ਤੋਂ ਨਿਕਲ ਜਾਂਦੇ ਹਾਂ, ਮੁੜ ਕੇ ਫਿਰ ਅਸੀਂ ਪਾਪਾਂ ਵਿਕਾਰਾਂ ਵਿੱਚ ਨਹੀਂ ਪੈਂਦੇ, ਮੁੜ ਕੇ ਉਹ ਵਿਕਾਰਾਂ ਦੇ ਅੰਦਰ ਨਹੀਂ ਡਿੱਗਦਾ। ਸੱਜਣ ਸ਼ੇਖ ਹੈ, ਦੁਬਾਰਾ ਵਿਕਾਰਾਂ ਵਿੱਚ ਨਹੀਂ ਡਿੱਗਿਆ। ਕੋਟੇ ਭੀਲ ਨੇ ਦੁਬਾਰਾ ਕਿਸੇ ਨੂੰ ਤੇਲ ਵਿੱਚ ਨਹੀਂ ਤਲਿਆ। ਭੂਮੀਏ ਨੇ ਦੁਬਾਰਾ ਕਿਸੇ ਦੀਆਂ ਚੋਰੀਆਂ ਨਹੀਂ ਕੀਤੀਆਂ, ਕਿਉਂਕਿ ਉਹਨਾਂ ਨੂੰ ਫਿਰ ਮੁੜ ਕੇ ਦੁੱਖਾਂ ਦੇ ਅੰਦਰ ਨਹੀਂ ਪੈਣਾ ਪੈਂਦਾ, ਉਹ ਲੋਕ ਵਿਕਾਰਾਂ ਵਿੱਚ ਦੁਬਾਰਾ ਨਹੀਂ ਪੈਂਦੇ। ਇਸ ਲਈ ਗੁਰੂ ਜੀ ਸਾਨੂੰ ਕਹਿ ਰਹੇ ਨੇ, ਸਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ। ਇਹਨੂੰ ਸਤੀ ਨਹੀਂ ਪੜਨਾ, ਸਤ ਨਹੀਂ ਪੜਨਾ, ਸਤੀ ਬਿੰਦੀ ਲਗਾ ਕੇ, ਸਤ ਇੱਥੇ ਗਿਣਤੀ ਹੈ 7 6 7 ਵਾਲੀ। ਸੱਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ। ਹੁੰਦੇ ਕੋ ਸਵੇਰੇ ਅਸੀਂ ਜਾਗੇ, ਉਦੋਂ ਅਸੀਂ ਇਕੱਲੇ ਆ, ਉਦੋਂ ਸਾਡੇ ਅੰਦਰ ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਰੱਬੀ ਗੁਣ, ਰੱਬ ਦਾ ਸ਼ੁਕਰਾਨਾ ਅਸਾਂ ਕੀਤਾ। ਤੇ ਬਾਕੀ ਜਿਹੜੇ 7 ਪੈਰ ਨੇ, ਅਸੀਂ ਕਿਸੇ ਨੂੰ ਮਿਲਣਾ ਵੀ ਹੈ, ਕਿਸੇ ਕੋਲ ਬਹਿਣਾ ਵੀ ਹੈ, ਆਰਾਮ ਵੀ ਕਰਨਾ ਹੈ, ਕਿਰਤ ਵੀ ਕਰਨੀ ਹੈ, ਤਾਂ ਗੁਰੂ ਜੀ ਕਹਿੰਦੇ ਨੇ ਬਾਕੀ ਜੋ 7 ਪੈਰ ਨੇ ਨਾ, ਜੋ ਜ਼ਿੰਦਗੀ ਜੀਣੀ ਹੈ, ਜੇ ਕਿਤੇ ਬਹਿਣ ਦਾ ਸਮਾਂ ਮਿਲੇ ਤਾਂ ਬਹੀਏ ਪੜਿਆ ਪਾਸ। ਜਿਹੜੇ ਗੁਰਮਤ ਦੇ ਪੜੇ ਨੇ ਉਹਨਾਂ ਦੇ ਕੋਲ ਬੈਠੋ, ਗੁਰਮੁਖਾਂ ਦੇ ਕੋਲ, ਔਰ ਸੱਚ ਅਪਣਾਓ ਤੇ ਭਲਾ ਕਰੋ। ਸੱਚਾਈ ਅਪਣਾਓ, ਪਰਉਪਕਾਰ ਦੀ ਭਾਵਨਾ ਰੱਖੋ, ਤੇ ਜਿਹੜੇ ਗੁਰਮਤ ਦੇ ਪੜੇ ਨੇ, ਜਿਨ੍ਹਾਂ ਦੇ ਕੋਲ ਗੁਰੂ ਦਾ ਗਿਆਨ ਹੈ, ਉਹਨਾਂ ਦੇ ਕੋਲ ਬੈਠੋ, ਉਹਨਾਂ ਦੀ ਸੰਗਤ ਕਰੋ। ਕਿਉਂ? ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘਟੇ ਰਾਸ। ਜਦੋਂ ਐਸੇ ਇਨਸਾਨਾਂ ਦੀ ਸੰਗਤ ਵਿੱਚ ਬੈਠਾਂਗੇ ਤੇ ਉੱਥੇ ਪੁੰਨ ਪਾਪ ਦੀ ਵਿਚਾਰ ਹੋਏਗੀ, ਕੀ ਚੰਗਾ ਹੈ, ਕੀ ਮੰਦਾ ਹੈ, ਕੀ ਪੁੰਨ ਹੈ, ਕੀ ਪਾਪ, ਕੀ ਧਰਮ, ਕੀ ਅਧਰਮ, ਕੀ ਗਿਆਨ, ਕੀ ਅਗਿਆਨ, ਕੀ ਜਿੱਤ, ਕੀ ਹਾਰ, ਕੀ ਆਤਮ, ਕੀ ਅਨਾਤਮ, ਵਿਚਾਰ ਹੋਏਗੀ ਨਾ। ਕੂੜੇ ਘਟੇ ਰਾਸ, ਇਹਨੂੰ ਘਟੇ ਨਹੀਂ ਪੜਨਾ, ਘਟੇ। ਉੱਥੇ ਕੂੜ ਦੀ ਪੂੰਜੀ ਘਟੇਗੀ, ਸੱਚਿਆਂ ਦੇ ਨਾਲ ਪਾਓਗੇ ਤੇ ਕੂੜ ਦੀ ਜਿਹੜੀ ਰਾਸ ਪੂੰਜੀ ਹੈ ਉਹ ਘਟੇਗੀ। ਜੇ ਚੰਗੇ ਇਨਸਾਨਾਂ ਕੋਲ, ਗੁਰਮਤ ਵਾਲਿਆਂ ਕੋਲ ਬੈਠੋਗੇ ਨਾ, ਤਾਂ ਉਹਨਾਂ ਨੇ ਇਹੀ ਕਹਿਣਾ ਵੀ ਹੁਕਮ ਰਜ਼ਾਈ ਚੱਲਣਾ, ਇਹ ਇੱਕ ਨਿਯਮ ਹੈ, ਇਹਦੇ ਮੁਤਾਬਕ ਆਪਾਂ ਚੱਲੀਏ। ਉੱਥੇ ਵਰਤਨ ਰਾਤੇ ਸਰਾਧ, ਇਹ ਜਿੰਨੀ ਵੀ ਕੂੜੀ ਰਾਸ ਹੈ ਨਾ ਕਰਮ ਕਾਂਡਾਂ ਦੀ, ਉਹ ਘਟ ਜਾਏਗੀ, ਝੂਠ ਫਰੇਬ ਘਟ ਜਾਣਗੇ, ਵਿਕਾਰ ਘਟ ਜਾਣਗੇ। ਉੱਥੇ ਖੋਟੇ ਸੱਟੀਆਂ ਹੈ, ਖਰੇ ਕੀਚੇ ਸ਼ਾਬਾਸ਼। ਜਿੱਥੇ ਸਤਸੰਗ ਹੈ, ਜਿੱਥੇ ਗੁਰੂ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਖੋਟਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ ਪਰੇ। ਜਿਹੜੇ ਖੋਟੇ ਮਾੜੇ ਵਿਚਾਰ ਨੇ ਉਹ ਸੁੱਟੇ ਜਾਂਦੇ ਨੇ, ਜਿਹੜੇ ਖਰੇ ਨੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ, ਸ਼ਲਾਘਾ ਮਿਲਦੀ ਹੈ। ਜਿੱਥੇ ਗੁਰੂ ਦੀ ਵਿਚਾਰ ਕਰਨ ਵਾਲੇ ਲੋਕ ਨੇ, ਖੋਟਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ, ਖਰਿਆਂ ਨੂੰ ਸ਼ਲਾਘਾ ਮਿਲਦੀ ਹੈ, ਖੋਟੇ ਵਿਚਾਰ ਉੱਥੋਂ ਨਿਕਲ ਜਾਂਦੇ ਨੇ, ਨੈਗੇਟਿਵਿਟੀ ਨਿਕਲ ਜਾਂਦੀ ਹੈ, ਪੋਜ਼ਿਟਿਵ ਥਿੰਕਿੰਗ ਆ ਜਾਂਦੀ ਹੈ। ਉੱਥੇ ਖੋਟਿਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਕੋਈ ਸ਼ਾਬਾਸ਼ੀ ਨਹੀਂ ਮਿਲਦੀ, ਖਰਿਆਂ ਨੂੰ ਸ਼ਾਬਾਸ਼ੀ ਮਿਲਦੀ ਹੈ, ਮਾਣ ਮਿਲਦਾ ਹੈ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ। ਫਾਦਲ ਦਾ ਮਤਲਬ ਹੈਗਾ ਫਜ਼ੂਲ। ਗੁਰੂ ਜੀ ਕਹਿੰਦੇ ਨੇ ਕਿ ਹੇ ਨਾਨਕ, ਉੱਥੇ ਇਹ ਵੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਹੋਏ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਕਿ ਮੈਨੂੰ ਇਹ ਦੁੱਖ ਆ ਗਿਆ, ਰੱਬ ਨੇ ਬੜਾ ਜ਼ੁਲਮ ਕੀਤਾ। ਉੱਥੇ ਜਦੋਂ ਸਤਸੰਗ ਵਿੱਚ ਅਸੀਂ ਬੈਠਾਂਗੇ ਨਾ, ਗੁਰੂ ਦੀ ਪਾਵਨ ਬਾਣੀ ਪੜਨ ਵਾਲਿਆਂ ਦੇ ਕੋਲ ਬੈਠਾਂਗੇ, ਇਸ ਗੱਲ ਦੀ ਸਮਝ ਆ ਜਾਏਗੀ ਕਿ ਆ ਦੁੱਖਾਂ ਦੇ ਗਿਲੇ ਕਰਨੇ ਫਜ਼ੂਲ ਹੈ। ਉੱਥੇ ਸਮਝ ਪੈ ਜਾਏਗੀ ਦੁੱਖ ਸੁੱਖ ਖਸਮੇ ਪਾਸ, ਕਿ ਦੁੱਖ ਔਰ ਸੁੱਖ ਰੱਬ ਦੇ ਕੋਲ ਨੇ, ਭਾਵ ਰੱਬੀ ਰਜ਼ਾ ਦੇ ਵਿੱਚ ਨੇ। ਜੋ ਮੇਰੀ ਜ਼ਿੰਦਗੀ ਵਿੱਚ ਦੁੱਖ ਆਇਆ ਨਾ, ਸਮਝ ਆ ਜਾਏਗੀ ਕਿ ਇਹ ਰਜ਼ਾ ਦੇ ਵਿੱਚ ਐਵੇਂ ਹੋਣਾ ਸੀ, ਕਿਉਂਕਿ ਮੈਂ ਕੰਮ ਹੀ ਪੁੱਠਾ ਕੀਤਾ, ਇਹਦਾ ਨਤੀਜਾ ਹੀ ਪੁੱਠਾ ਨਿਕਲਣਾ ਸੀ।
ਤੇ ਉਹਦੇ ਗਿਲੇ ਕਰਨ ਦਾ ਫਿਰ ਫਜ਼ੂਲ ਹੋ ਜਾਏਗਾ, ਮੈਨੂੰ ਪਤਾ ਲੱਗ ਜਾਏਗਾ ਕਿ ਫਜ਼ੂਲ ਹੈ, ਮੈਂ ਮਿਹਨਤ ਕੀਤੀ ਹੀ ਨਹੀਂ, 2+2 = 3 ਲਿਖਿਆ ਹੈ, ਇਸ ਕਰਕੇ ਮੇਰੀ 0 ਆਈ ਹੈ, ਮੈਨੂੰ ਸਮਝ ਪੈ ਜਾਏਗੀ। ਅਗਲਾ ਸ਼ਲੋਕ ਆਪਾਂ ਕੱਲ ਨੂੰ ਵਿਚਾਰਾਂਗੇ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਕਿਉਂਕਿ ਟਾਈਮ ਹੋ ਗਿਆ। ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦੇ ਹੋ, ਔਰ ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤੇ ਉਹ ਆਪਣੇ ਵਿਊਜ਼ ਵੀ ਦੇ ਸਕਦੇ ਹੋ। ਤੇ ਜੋ ਵੀਰ ਭੈਣਾਂ ਫੇਸਬੁੱਕ ਦੇ ਉੱਤੇ ਸਰਵਣ ਕਰ ਰਹੇ ਨੇ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਹੋਈਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ